ਇਹ ਜੇ ਗੱਲ। ਇੱਕ ਪਾਸੇ ਤਾਂ ਲੜਕੀ ਆਪਣੇ ਬਿਆਨ ਕਲਮਬੰਦ ਕਰਾਉਂਦੀ ਆ ਕਿ ਦੀਪਕ ਪਾਸਟਰ ਮੇਰੇ ਨਾਲ ਸੰਬੰਧ ਬਣਾਉਂਦਾ ਰਿਹਾ, ਫਿਰ ਉਹਦੇ ਨਾਲ ਕਿਸ ਤਰ੍ਹਾਂ ਚੱਲ ਜਾਂਦੀ ਆ? ਕਿਉਂ ਇਹ ਲੱਗਦਾ ਕਿ ਦੀਪਕ ਪਾਸਟਰ ਨੇ ਉਹਨੂੰ ਕੋਈ ਦਬਾਅ ਬਣਾਇਆ ਗਿਆ, ਕੋਈ ਡਰਾਇਆ ਧਮਕਾਇਆ ਗਿਆ? ਐਸਾ ਡਰਾ ਧਮਕਾਇਆ ਵਾ, ਕੁੜੀ ਨੂੰ ਸਮਝ ਵੀ ਨਹੀਂ ਗੱਲ ਆਈ, ਉਹਦੇ ਵੱਲ ਦੀ ਗੱਲ ਕਰਦੀ ਆਂਦੀ ਮੈਂ ਜਦੋਂ ਇਹ ਮੱਥੇ ਲੱਗਦੀ ਆ ਮੈਨੂੰ ਹੋਰ ਤਰ੍ਹਾਂ ਹੁੰਦਾ, ਮੈਨੂੰ ਇਹ ਮੱਥੇ ਨਾ ਲਾਓ ਤੁਸੀਂ। ਇੱਦਾਂ ਕਰਦੀ ਸੀ ਗੱਲ ਤੇ ਚਲੀ ਗਈ ਆਪਣੀ ਮਰਜ਼ੀ ਨਾਲ, ਘਰੋਂ ਚਲ ਗਈ ਤੇ ਲੈ ਗਿਆ ਮੋਟਰਸਾਈਕਲ ਤੇ ਭਾਗ ਘਰ ਦੇ ਲਾਗੂ ਲੈ ਕੇ ਆਣ ਕੇ ਇਹ ਹੁਣ ਕਹਿ ਨਹੀਂ ਸਕਦੇ ਕੁਛ ਕਿੱਦਾਂ ਇਹ ਲੈ ਗਿਆ ਜੀ, ਕੀ ਕੀਤਾ ਉਹਨੂੰ, ਪਰ ਕੀਤਾ ਧੱਕਾ ਹੀ ਇਹਨੇ ਸਾਡਾ ਨਜਾਇਜ਼ ਪੈਦਾ ਪਰਿਵਾਰ ਦਾ, ਸਾਰੇ ਪਰਿਵਾਰ ਨੂੰ ਇਹਨੇ ਮੂੰਹ ਬੰਦ ਕਰ ਛੱਡੇ ਇਹਨਾਂ ਨੇ, ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਕੀ ਹੋ ਰਿਹਾ ਹੈ? ਦੀਪਕ ਪਾਸਟਰ ਨੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਕਿ ਦੀਪਕ ਪਾਸਟਰ ਨੂੰ ਤੁਹਾਡੀ ਜਿਹੜੀ ਦੋਤੀ ਆ ਉਹਨੂੰ ਪਾਪਾ ਕਿਹਾ ਕਰਦੀ ਸੀ, ਫਿਰ ਉਹਨੇ ਕੋਈ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਰੱਖੀ, ਕੋਈ ਲੱਜ ਸ਼ਰਮ ਸਮਾਜ ਦੀ ਸ਼ਰਮ ਨਹੀਂ ਰੱਖੀ, ਉਹ ਕਿਸ ਤਰ੍ਹਾਂ ਫਿਰ ਲੈ ਗਿਆ? ਕੀ ਕਹਿਣਾ ਚਾਹੁੰਦੇ ਜੀ ਕਿ ਦੀਪਕ ਪਾਸਟਰ ਜਿਹੜਾ ਜ਼ਬਰਦਸਤੀ ਮੇਰੀ ਬੇਟੀ ਨੂੰ ਵਰਗ ਲਗਾ ਕੇ ਉਹਦਾ ਮਾਈਂਡ ਵਾਸ਼ ਕਰਕੇ ਉਹਨੂੰ ਉਹਤੇ ਪ੍ਰਭਾਵ ਪਾ ਕੇ ਤੇ ਮੇਰੀ ਬੇਟੀ ਨਾਲ ਉਹਨੇ ਸ਼ਾਦੀ ਕਰਾ ਲਈ, ਜਦ ਕਿ ਦੀਪਕ ਪਾਸਟਰ ਦੀਆਂ ਪਹਿਲਾਂ ਹੀ 4 ਬੱਚੇ ਨੇ ਉਹਦੇ, ਔਰ ਉਹ ਆਪਣੀ ਵਾਈਫ ਨੂੰ ਉਹਨੇ ਤਲਾਕ ਦਿੱਤਾ ਹੋਇਆ ਤੇ ਹੁਣ ਜ਼ਬਰਦਸਤੀ ਉਹਨੇ ਮੇਰੀ ਬੇਟੀ ਨਾਲ ਸ਼ਾਦੀ ਕਰ ਲਈ। ਕਹਿ ਰਹੇ ਜ਼ਬਰਦਸਤੀ ਸ਼ਾਦੀ ਕਰ ਲਈ, ਬਕਾਇਦਾ ਕਿ 1 ਸਾਲ ਪਹਿਲਾਂ ਉਹਨਾਂ ਦੇ ਘਰਦਿਆਂ ਦੇ ਸਹਿਮਤੀ ਦੇ ਨਾਲ ਸਾਡਾ ਰਿਸ਼ਤਾ ਹੋ ਚੁੱਕਾ ਹੈ, ਘਰ ਦੀ ਸਹਿਮਤੀ ਦੇ ਨਾਲ ਰਿਸ਼ਤਾ ਹੋ ਚੁੱਕਾ ਸੀ। ਬਕਾਇਦਾ ਕਿ ਜਿਹੜੇ ਕਹਿ ਰਹੇ 4 ਬੱਚੇ ਆ ਉਹ ਜਾਣਦੇ ਆ ਕਿ ਮੇਰਾ ਵੱਡਾ ਬ੍ਰਦਰ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੈ, ਜਿਨ੍ਹਾਂ ਦੀ ਕਸਟਡੀ ਬੱਚੇ ਤੁਹਾਡੇ ਸੀ ਜਾਂ ਤੁਹਾਡੇ ਬ੍ਰਦਰ ਦੇ? ਮੇਰੇ ਬ੍ਰਦਰ ਦੇ ਬੱਚੇ ਸੀ ਜਿਨ੍ਹਾਂ ਦੀ ਕਸਟਡੀ ਮੇਰੇ ਕੋਲ ਆ, ਜਿਨ੍ਹਾਂ ਦੀ ਕਸਟਡੀ ਮੇਰੇ ਕੋਲ ਆ ਹੁਣ। ਹਾਂਜੀ, ਤੇ ਜਿਹੜਾ ਇਹ ਕਹਿ ਰਹੇ ਨੇ ਕਿ ਜ਼ਬਰਦਸਤੀ ਮਾਈਂਡ ਫਰੈਸ਼ ਕਰਕੇ, ਬਕਾਇਦਾ ਕਿ 3 ਸਾਲ ਤੋਂ ਇਹ ਚਰਚ ਖੁਦ ਮੇਰੇ ਕੋਲ ਆ ਰਹੇ, ਇਹਨਾਂ ਦਾ ਮਾਈਂਡ ਤੇ ਮੈਂ ਫਰੈਸ਼ ਨਹੀਂ ਕਰ ਪਾਇਆ, ਤੇ ਇਹਨਾਂ ਦੀ ਬੇਟੀ ਦਾ ਮਾਈਂਡ ਮੈਂ ਕਿੱਦਾਂ ਫਰੈਸ਼ ਕਰ ਦਿੱਤਾ? ਬਕਾਇਦਾ ਕਿ ਸਭ ਕੁਝ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਬਕਾਇਦਾ ਕਿ ਸੱਚ ਤੇ ਇਹ ਆ ਕਿ ਸਾਰਾ ਕੁਝ ਜੋ ਕੁਝ ਵੀ ਕਿਹਾ ਜਾ ਰਿਹਾ ਵਾ ਇਹ ਪੈਸੇ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਬਕਾਇਦਾ ਕਿ ਮੈਂ ਇਹਨਾਂ ਨੂੰ, ਇਹਨਾਂ ਦੇ ਸਹੁਰਾ ਸਾਹਿਬ ਨੂੰ 5 ਲੱਖ ਰੁਪਇਆ ਦਿੱਤਾ ਵਾ, ਜਿਨ੍ਹਾਂ ਵਿੱਚ ਇਹਨਾਂ ਨੇ ਹਿੱਸਾ ਵਾ 2.5 ਲੱਖ ਰੁਪਇਆ ਇਹਨਾਂ ਦੇ ਕੋਲ ਆ, ਤੇ ਪੈਸਾ ਨਾ ਦੇਣ ਕਰਕੇ ਮੈਨੂੰ ਫਸਾਇਆ ਜਾ ਰਿਹਾ ਵਾ ਤੇ ਮੇਰੀ ਜਗ੍ਹਾ ਨੂੰ ਹੜਪਣ ਵਾਸਤੇ, ਕਿਉਂਕਿ ਇਹਨਾਂ ਦੇ ਸਹੁਰਾ ਸਾਹਿਬ ਦੇ ਘਰ ਦੇ ਸਾਹਮਣੇ ਮੇਰੀ ਜਗ੍ਹਾ ਵਾ। ਇਹ ਜਾਣਦੇ ਨੇ ਕਿ ਉਹ ਕੁਝ ਨਹੀਂ ਕਰ ਸਕਦਾ, ਉਹਨਾਂ ਦੇ ਮਾਤਾ ਪਿਤਾ ਬਜ਼ੁਰਗ ਆ, ਇਸ ਕਰਕੇ ਮੇਰੇ 'ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਬਕਾਇਦਾ ਕਿ ਇਹ ਨਹੀਂ ਆ ਕਿ ਲੜਕੀ ਨੂੰ ਭਜਾਇਆ ਗਿਆ, ਲੜਕੀ ਦੀ ਰਜ਼ਾਮੰਦੀ ਆ, ਲੜਕੀ ਤੁਹਾਡੇ ਸਾਹਮਣੇ ਬੈਠੀ ਆ। ਸਰ ਮੇਰਾ ਨਾ ਪਹਿਲਾਂ ਇਹਨਾਂ ਨੇ ਰਿਸ਼ਤਾ ਕੀਤਾ ਸੀ, 1 ਸਾਲ ਹੋ ਗਿਆ ਸਾਡੇ ਰਿਸ਼ਤੇ ਨੂੰ, ਫਿਰ ਉਸ ਤੋਂ ਬਾਅਦ ਇਹਨਾਂ ਨੇ ਰਿਸ਼ਤਾ ਤੋੜ ਦਿੱਤਾ ਮੇਰਾ। ਫਿਰ ਇਹਨਾਂ ਨੂੰ ਫਸਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਕਿਉਂਕਿ ਇਹਨਾਂ ਨੂੰ ਇਹ ਕਿ ਅਸੀਂ ਉਹਦੀ ਜਗ੍ਹਾ 'ਤੇ ਕਬਜ਼ਾ ਕਰਨਾ ਵਾ, ਜਿਹੜੀ ਚਰਚ ਵਾਲੀ ਜਗ੍ਹਾ ਵਾ ਉਹ ਇਹ ਆਪਣੇ ਹੱਥ ਵਿੱਚ ਕਰਨਾ ਚਾਹੁੰਦੇ, ਇਸ ਕਰਕੇ ਇਹਨਾਂ ਨੂੰ ਫਸਾਇਆ। ਦੀਪਕ ਪਾਸਟਰ ਸਾਡੇ ਕੋਲ ਆਉਂਦਾ ਰਿਹਾ ਜੀ, 3 ਸਾਲ ਸੰਗਤ ਨੇ ਘਰ ਕੀਤੀ ਸਾਡੇ, ਇਹਨੇ ਸਾਡਾ ਨਜਾਇਜ਼ ਫਾਇਦਾ ਉਠਾ ਕੇ ਲੜਕੀ ਨੂੰ ਬੁਰੀ ਤਰੀਕੇ ਨਾਲ ਫਸਾ ਕੇ, ਸਾਡੀ ਦੋਹਤੀ BA 'ਚ ਪੜ੍ਹਦੀ ਆ, ਕਿ ਉਹਨੂੰ ਫਸਾ ਕੇ ਆਪਣੇ ਨੇ ਉਹਨੇ ਸ਼ਾਦੀशुदा ਕਰਤਾ। ਬਹੁਤ ਇਹਨੇ ਗੰਦਾ ਕੰਮ ਕੀਤਾ। ਪਾਸਟਰ ਲੋਕ ਜਿੰਨੇ ਵੀ ਧਰਮ ਦੇ ਠੇਕੇਦਾਰ ਆ, ਇਹਦਾ ਨਿਆਂ ਇਨਸਾਫ ਸਾਨੂੰ ਦੋ, ਸਾਡੀ ਬੱਚੀ ਸਾਡੇ ਘਰ ਵਿੱਚ ਵਾਪਸ ਆਉਣੀ ਚਾਹੀਦੀ ਹੈ ਜੀ। ਇਹ ਸਰਦਾਰ ਸਾਹਿਬ, ਇਹ ਬੱਚੀ ਤੁਹਾਡੀ ਜਿਹੜੀ ਦੋਤੀ ਤੁਹਾਡੀ ਆ, ਕਿੰਨੀ ਦੇਰ ਤੋਂ ਤੁਹਾਡੇ ਨਾਲ ਰਹਿ ਰਹੀ ਸੀ ਇੱਥੇ ਘਰ ਦੇ ਵਿੱਚ? 18-19 ਸਾਲ ਹੋ ਗਏ ਜੀ। 1.5 ਸਾਲ ਦੀ ਬੱਚੀ ਜਦੋਂ ਨਹੀਂ ਲੈ ਆਏ ਸਾਲ ਅਸੀਂ, 18-19 ਸਾਲ ਨਾਲ ਰਹਿੰਦੀ ਆਈ ਆ, BA 'ਚ ਪੜ੍ਹਦੀ ਆ। ਇਸ ਵੇਲੇ ਪਹਿਲਾਂ ਕੋਈ ਗੱਲਬਾਤ ਨਹੀਂ ਸੀ ਹੈਗੀ, ਪਤਾ ਨਹੀਂ ਕਿਹੜੇ ਤਰੀਕੇ ਨਾਲ ਪਾਪਾ ਕਰਦਿਆਂ ਤੇ ਇਹਨੇ ਤੁਸੀਂ ਆਪਣਾ ਬਣਾ ਲਿਆ ਜੀ। ਸਾਡੀ ਬੇਨਤੀ ਇਹੋ ਹੈ ਜੀ, ਧਰਮ ਦੇ ਜਿਹੜੇ ਠੇਕੇਦਾਰ ਆ ਇਹਨਾਂ ਨੂੰ, ਬੱਚੀ ਨੂੰ ਇਹਨੇ ਗਲਤ ਕੰਮ ਕੀਤਾ, ਘਰ ਬੱਚੀ ਵਾਪਸ ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੀਪਕ ਕਿੰਨੀ ਦੇਰ ਤੋਂ ਤੁਹਾਡੀ ਜਿਹੜੀ ਕਸਟਡੀ ਵਿੱਚ ਆਇਆ, ਕਦੋਂ ਦਾ ਤੁਹਾਡੇ ਨਾਲ ਉਹਦਾ ਤਾਲਮੇਲ ਬਣਿਆ? 4 ਸਾਲ ਹੋ ਗਏ ਜੀ। 3 ਸਾਲ ਤੇ ਉਹਨੇ ਘਰ 'ਚ ਸੰਗਤ ਕੀਤੀ ਚੁਬਾਰੇ 'ਚ ਉਹਨੇ, ਫਿਰ ਉਹਨੇ ਆਪਣੀ ਜਗ੍ਹਾ ਲੈ ਲਈ ਆ, ਉੱਥੇ ਕਰਦਾ ਰਿਹਾ ਵਾ। ਉੱਥੇ ਜਗ੍ਹਾ 'ਤੇ ਆਪਣੀ ਜਾ ਕੇ ਤੇ ਸਾਰੇ ਪਰਿਵਾਰ ਨੂੰ ਸਾਨੂੰ ਨਿਵਾਸੀ 'ਚ ਕਰ ਲਿਆ। ਸਾਡੇ ਸਭ ਦੇ ਮੂੰਹ ਸੀ ਛੱਡੇ, ਪਤਾ ਨਹੀਂ ਕੀ ਇਹਨੇ ਸਾਡੇ ਨਾਲ ਕੀਤਾ, ਸਾਨੂੰ ਕੋਈ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਇਹਨੇ। ਇਹ ਸਾਡਾ ਨਜਾਇਜ਼ ਫਾਇਦਾ ਉਠਾਇਆ ਜੀ। ਜਿਸ ਤਰ੍ਹਾਂ ਲੋਕ ਜਾਦੂ ਟੂਣੇ 'ਤੇ ਵਿਸ਼ਵਾਸ ਕਰਦੇ ਆ, ਕੋਈ ਲੱਗਦਾ ਕਿ ਦੀਪਕ ਨੇ ਕੋਈ ਅਜਿਹਾ ਕੋਈ ਕੀਤਾ ਤੁਹਾਡੇ ਉੱਤੇ? ਕੁਛ ਕੀਤਾ ਹੋਊਗਾ ਜੀ, ਕੁਛ ਕੀਤਾ, ਕੁਛ ਇਹੋ ਜਿਹਾ ਕਾਰਾ ਕੀਤਾ ਵੀ ਸਭ ਦੇ ਮੂੰਹ ਬੰਦ ਕਰਤੇ, ਕਿਸੇ ਨੂੰ ਕੋਈ ਇਹੋ ਜਿਹੀ ਨਹੀਂ ਗੱਲ ਸੁਝੀ ਵੀ ਇਹ ਗਲਤ ਕੰਮ ਕਰਨਾ, ਇਹਨੂੰ ਘਰ 'ਚੋਂ ਕੱਢਿਆ ਜਾਵੇ। ਸਭ ਇਹਨੂੰ ਕਾਬੂ ਕਰ ਛੱਡਿਆ ਸਾਡੇ ਘਰ। ਤੁਹਾਡੀ ਦੋਤੀ ਦਾ ਕੀ ਨਾਂ ਸੀ ਮਾੜਾ ਦੱਸ? ਕਮਲਦੀਪ। ਕਮਲਦੀਪ ਨਹੀਂ, ਪਲਕਦੀਪ ਬੱਚੀ ਦਾ ਨਾਮ ਆ ਜੀ। ਪਲਕਦੀਪ ਨੇ ਤੁਹਾਡੇ ਨਾਲ ਕਦੀ ਗੱਲ ਕੀਤੀ ਸੀ, ਜਾਂ ਨਾਨੀ ਨਾਲ ਗੱਲ ਕੀਤੀ ਹੋਵੇ, ਜਾਂ ਤੁਹਾਡੇ ਨਾਲ ਗੱਲ ਕੀਤੀ ਹੋਵੇ ਕਿ ਆ ਜਾਂ ਪਾਸਟਰ ਮੈਨੂੰ ਗਲਤ ਹਰਕਤਾਂ ਕਰਦਾ ਮੇਰੇ ਨਾਲ? ਨਹੀਂ ਜੀ, ਸਾਡੇ ਨਾਲ ਕਦੀ ਕੋਈ ਗੱਲ ਨਹੀਂ ਕੀਤੀ। ਅਸੀਂ ਪੁੱਛਣਾ ਸਕੂਲੋਂ, ਬੇਟਾ ਲੇਟ ਆਈ ਹੈ, ਅੱਜ ਮੈਨੂੰ ਸਕੂਲੋਂ ਛੁੱਟੀ ਲੇਟ ਹੋਈ ਆ, ਮੈਨੂੰ ਆਹ ਹੋਈ, ਸਾਨੂੰ ਇੱਦਾਂ ਕਰਕੇ ਕਰ ਛੱਡਿਆ। ਸਾਨੂੰ ਕੋਈ ਸਮਝ ਨਹੀਂ ਆਈ ਵੀ ਕਿਉਂ ਲੇਟ ਆਉਂਦੀ ਸਕੂਲੋਂ, ਇਹ ਕਿਉਂ ਆਉਂਦੀ। ਬਾਰ-ਬਾਰ ਪਤਾ ਲੱਗਦਾ ਰਿਹਾ ਵੀ ਗਲਤ ਕੰਮ ਕਰਦਾ ਰਿਹਾ, ਲੈ ਕੇ ਜਾਂਦਾ ਰਿਹਾ। ਇਸ ਸੰਬੰਧ ਵਿੱਚ ਪ੍ਰਸ਼ਾਸਨ ਨਾਲ ਵੀ ਤੁਸੀਂ ਗੱਲਬਾਤ ਕੀਤੀ?
ਨਹੀਂ ਜੀ ਅਸੀਂ ਕੋਈ ਗੱਲ ਨਹੀਂ ਕੀਤੀ ਇਹ ਬਾਰੇ, ਸਾਨੂੰ ਕੋਈ ਪਤਾ ਨਹੀਂ ਲੱਗਾ ਇਸ ਚੀਜ਼ ਦਾ। ਅਸੀਂ ਕੀ ਨਹੀਂ, ਕੀਤਾ। ਲੜਕੀ ਵੱਲੋਂ ਦੱਸਦੇ ਵੀ ਪ੍ਰਸ਼ਾਸਨ ਨੂੰ ਆਪਣੇ ਬਿਆਨ ਜਿਹੜੇ ਕਲਮਬੰਦ ਕਰਾਏ ਆ ਕਿ ਦੀਪਕ ਪਾਸਟਰ ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਨਹੀਂ ਜੀ ਅਸੀਂ ਨਹੀਂ ਕੋਈ ਗੱਲ ਕੀਤੀ। ਨਹੀਂ, ਲੜਕੀ ਨੇ ਦਰਜ ਕਰਵਾਇਆ ਹਾਂ ਬਿਆਨ। ਲੜਕੀ ਨੇ ਆਪਣੇ ਬਿਆਨ ਦਰਜ ਕਰਾਏ ਆ ਕਿ ਮੇਰੇ ਨਾਲ ਇਸ ਤਰ੍ਹਾਂ ਸੰਬੰਧ ਬਣਾਉਂਦਾ ਰਿਹਾ ਹੈ। ਹੂੰ। ਇਹ ਗੱਲ ਇੱਕ ਪਾਸੇ ਤਾਂ ਲੜਕੀ ਆਪਣੇ ਬਿਆਨ ਕਲਮਬੰਦ ਕਰਾਉਂਦੀ ਆ ਕਿ ਦੀਪਕ ਪਾਸਟਰ ਮੇਰੇ ਨਾਲ ਸੰਬੰਧ ਬਣਾਉਂਦਾ ਰਿਹਾ, ਫਿਰ ਉਹਦੇ ਨਾਲ ਕਿਸ ਤਰ੍ਹਾਂ ਚੱਲ ਜਾਂਦੀ ਆ? ਕਿਉਂ ਇਹ ਲੱਗਦਾ ਕਿ ਦੀਪਕ ਪਾਸਟਰ ਨੇ ਉਹਨੂੰ ਕੋਈ ਦਬਾਅ ਬਣਾਇਆ ਗਿਆ, ਕੋਈ ਡਰਾਇਆ ਧਮਕਾਇਆ ਗਿਆ? ਕੋਈ ਨਹੀਂ ਐਸਾ ਡਰਾ ਧਮਕਾਇਆ ਵਾ, ਕੁੜੀ ਨੂੰ ਸਮਝ ਹੀ ਨਹੀਂ ਗੱਲ ਆਈ, ਉਹਦੇ ਵੱਲ ਦੀ ਗੱਲ ਕਰਦੀ ਆਂਦੀ ਮੈਂ ਜਦੋਂ ਇਹ ਮੱਥੇ ਲੱਗਦੀ ਆ ਮੈਨੂੰ ਹੋਰ ਤਰ੍ਹਾਂ ਹੁੰਦਾ, ਮੈਨੂੰ ਇਹਦੇ ਮੱਥੇ ਨਾ ਲਾਓ ਤੁਸੀਂ। ਇੱਦਾਂ ਕਰਦੀ ਸੀ ਗੱਲ ਤੇ ਚਲੀ ਗਈ, ਆਪਣੀ ਮਰਜ਼ੀ ਨਾਲ ਘਰੋਂ ਚਲ ਗਈ ਤੇ ਲੈ ਗਿਆ ਮੋਟਰਸਾਈਕਲ ਤੇ ਭਾਗ ਘਰ ਦੇ ਲਾਗੂ ਲੈ ਕੇ ਆਣ ਕੇ ਪੰਜਾਬ। ਇਹ ਦੀਪਕ ਪਾਸਟਰ ਪਹਿਲਾਂ ਵੀ ਦੱਸਦੇ ਵੀ ਆਇਆ, ਉਹਦੇ ਬੱਚੇ ਵੀ ਹੈਗੇ? ਹਾਂ ਜੀ ਉਹਦੇ 4 ਬੱਚੇ ਜੀ। ਪਹਿਲਾਂ ਤਲਾਕ ਹੋਇਆ ਵਾ, ਮੇਰਾ ਤਲਾਕ ਹੋਇਆ ਵਾ, ਮੇਰੇ ਭਰਾ ਦੀ ਜਨਾਨੀ ਨੇ ਆਪਣੇ ਭਰਾ ਦੀ ਜਨਾਨੀ ਨੇ ਸ਼ਾਦੀ ਕਰਾਈ, ਉਹਦੇ ਨਾਲ ਉਹਦੇ 4 ਬੱਚੇ ਆ, ਉਹਦੀਆਂ 2 ਕੁੜੀਆਂ ਤੇ 2। ਜਿਹੜੀ ਤੁਹਾਡੀ ਦੋਤੀ ਆ ਤੇ ਉਹਦੀ ਪਾਸਟਰ ਦੀ ਬੇਟੀ ਆ, ਉਹ ਆਪਸ 'ਚ ਜਿਸ ਤਰ੍ਹਾਂ ਹਾਣੀ ਪ੍ਰਵਾਨ ਲੱਗਦੇ ਆ ਵੀ ਇੱਕੋ ਜਿਹੀ ਉਮਰ ਦੇ ਲੱਗਦੇ? ਨਹੀਂ, ਉਹ ਬੇਟੀ ਜਿਹੜੀ ਵੱਡੀ, ਉਹਨਾਂ ਦੀ ਵੱਡੀ ਬੇਟੀ ਸਾਡੀ ਬੇਟੀ ਨੂੰ ਵੱਡੀ ਆ ਜੀ ਉਹਦੇ। ਅੱਛਾ। ਇਹ ਸਾਡੀ ਬੇਟੀ ਛੋਟੀ ਆ। ਇਹ ਸਾਡੀ ਬੇਟੀ ਛੋਟੀ, ਉਹਦੇ ਬੱਚੀ ਉਹਦੇ। ਇਹ ਹੁਣ ਕਹਿ ਨਹੀਂ ਸਕਦੇ ਕੁਛ ਕਿੱਦਾਂ ਇਹ ਲੈ ਗਿਆ ਜੀ, ਕੀ ਕੀਤਾ ਉਹਨੂੰ, ਪਰ ਕੀਤਾ ਧੱਕਾ ਹੀ ਇਹਨੇ ਸਾਡਾ ਨਜਾਇਜ਼ ਪਰਿਵਾਰ ਦਾ। ਸਾਰੇ ਪਰਿਵਾਰ ਨੂੰ ਇਹਨੇ ਮੂੰਹ ਬੰਦ ਕਰ ਛੱਡੇ ਇਹਨਾਂ ਨੇ, ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਕੀ ਹੋ ਰਿਹਾ ਹੈ? ਜਿਹਦੇ ਦੀਪਕ ਪਾਸਟਰ ਨੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਕਿ ਦੀਪਕ ਪਾਸਟਰ ਨੂੰ ਤੁਹਾਡੀ ਜਿਹੜੀ ਦੋਤੀ ਆ ਉਹਨੂੰ ਪਾਪਾ ਕਿਹਾ ਕਰਦੀ ਸੀ, ਫਿਰ ਉਹਨੇ ਕੋਈ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਰੱਖੀ, ਕੋਈ ਲੱਜ ਸ਼ਰਮ ਸਮਾਜ ਦੀ ਸ਼ਰਮ ਨਹੀਂ ਰੱਖੀ, ਉਹ ਕਿਸ ਤਰ੍ਹਾਂ ਫਿਰ ਲੈ ਗਿਆ? ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਸਾਡੀ ਨੌਂ ਤੇ ਸਾਡੀ ਬੇਟਾ ਵਾ ਬਾਹਰ ਵੇਚ ਗਿਆ, ਉਹਨਾਂ ਨੂੰ ਇਹਨੇ ਵੱਖ ਕਰ ਛੱਡਿਆ ਸਾਡੇ ਤੋਂ। ਸਾਡੇ ਨਾਲ ਬੋਲ ਚਾਲ ਬੰਦ ਕਰਾ ਦਿੱਤਾ ਨੇ ਬੰਦੇ ਨੇ, ਘਰ ਦੀ ਵੰਡ ਕਰਾਤੀ ਵੀ ਇਹ ਚੰਗੇ ਨਹੀਂ ਮੈਂ ਚੰਗਾ ਵਾ। ਇਹ ਕੰਮ ਕਰਾਇਆ ਸਾਡੇ ਨਾਲ ਨੇ। ਕਿ ਪਾਸਟਰ ਦਾ ਇੱਕ ਫਰਜ਼ ਸੀਗਾ ਵੀ ਆਣ ਕੇ ਪ੍ਰਾਰਥਨਾ ਕਰਦਾ, ਪਰ ਉਹਨੇ ਤੁਹਾਡੇ ਘਰਾਂ ਦੇ ਵਿੱਚ ਬਟਵਾਰੇ ਕਰਵਾ ਦਿੱਤੇ, ਘਰਾਂ ਵਿੱਚ ਲੜਾਈਆਂ ਪਾ ਦਿੱਤੀਆਂ। ਇਹੋ ਜਿਹੇ ਪਾਸਟਰ ਨੂੰ ਕੀ ਦੋਸ਼ ਦੇਣਾ ਚਾਹੁੰਦੇ ਜੇ ਤੁਸੀਂ? ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਜਾਂ ਕ੍ਰਿਸਚਨ ਭਾਈਚਾਰੇ ਨੂੰ ਕੀ ਕਹਿਣਾ ਚਾਹੁੰਦੇ ਵੀ ਐਸੇ ਪਾਸਟਰਾਂ ਨੂੰ ਕੀ ਕਾਰਵਾਈ ਹੋਣੀ ਚਾਹੀਦੀ ਉਹਨਾਂ 'ਤੇ? ਮੈਂ ਜੀ ਕ੍ਰਿਸਚਨ ਭਾਈਆਂ ਨੂੰ ਮੈਂ ਬੇਨਤੀ ਕਰਦਾ ਜੀ, ਇਹ 'ਤੇ ਕਾਰਵਾਈ ਹੋਣੀ ਚਾਹੀਦੀ। ਜਿਹੜਾ ਗੰਦਾ ਕੰਮ ਕੀਤਾ ਨੇ ਧਰਮ ਦੇ ਖਿਲਾਫ, ਤੇ ਇਹ ਸਾਡੀ ਮੰਗ ਹੈ ਵੀ ਇਹਨੂੰ ਕਾਰਵਾਈ ਕਰੇ, ਸਾਡੀ ਬੇਟੀ ਘਰ ਵਾਪਸ ਆਵੇ ਸਾਡੀ। ਇਹ ਸਰਦਾਰ ਸਾਹਿਬ ਤੁਸੀਂ ਸ਼ੁਰੂ ਤੋਂ ਕ੍ਰਿਸਚਨ ਭਾਈਚਾਰੇ ਦੇ ਨਾਂ ਦੇ? ਨਹੀਂ ਜੀ ਅਸੀਂ ਸ਼ੁਰੂ ਤੋਂ ਨਹੀਂ ਆ, ਸ਼ੁਰੂ ਤੋਂ ਅਸੀਂ ਕਹੀਂ ਇਸ ਤਰ੍ਹਾਂ ਹੁਣ ਥੋੜ੍ਹਾ ਚਿਰ ਗੱਲ ਐਂ 'ਚ ਲੱਗਿਆ ਨੂੰ। ਜਿਸ ਤਰ੍ਹਾਂ ਸਰਦਾਰ ਸਾਹਿਬ ਤੁਸੀਂ ਇੱਕ ਫੌਜੀ ਆਰਮੀ 'ਚੋਂ ਰਿਟਾਇਰ ਹੋਏ ਹੋ, ਇੱਕ ਚੰਗੀ ਸੋਚ ਦੇ ਮਾਲਕ ਹੋ, ਤੁਸੀਂ ਬਾਰਡਰਾਂ 'ਤੇ ਲੜਾਈਆਂ ਕੀਤੀਆਂ, ਜਿਸ ਤਰ੍ਹਾਂ ਤੁਸੀਂ ਦੱਸਿਆ ਮੇਰੇ ਲੱਤਾਂ ਕੱਟੀਆਂ ਗਈਆਂ, ਅਤੇ ਇੰਨੀ ਸੂਝਵਾਨ ਹੋਣ ਦੇ ਨਾਤੇ ਤੁਸੀਂ ਫਿਰ ਇੱਕ ਤੁਹਾਡਾ ਇਤਿਹਾਸ ਸਿੱਖਿਆ ਮਜ਼੍ਹਬੀ ਸਿੱਖਾਂ ਦਾ, ਬਾਬਾ ਜੀਵਨ ਸਿੰਘ ਦਾ ਕਿੱਡਾ ਵੱਡਾ ਇਤਿਹਾਸ ਆ। ਕਿਸ ਤਰ੍ਹਾਂ ਤੁਸੀਂ ਭੁੱਲ ਗਏ ਕਿ ਸਾਡਾ ਇਤਿਹਾਸ ਏਡਾ ਵੱਡਾ ਆ? ਕੀ ਕਾਰਨ ਬਣਿਆ? ਤੁਸੀਂ ਕਿਸ ਤਰ੍ਹਾਂ ਝਾਫੇ ਜਾ ਕੇ ਤੁਸੀਂ ਧਰਮ ਤਬਦੀਲ ਕਰ ਲਿਆ ਜਾਂ ਤੁਸੀਂ ਕ੍ਰਿਸਚਨ ਭਾਈਚਾਰੇ ਨੂੰ ਮੰਨਣਾ ਸ਼ੁਰੂ ਕਰ ਦਿੱਤਾ? ਇਹ ਤਬਦੀਲ ਕਾਂਗੇ ਦਾ ਜੀ, ਚਲੋ ਇਹ ਚੰਗੀ ਸਿੱਖਿਆ ਦਿੰਦੇ ਆ। ਕੀ ਸਿੱਖਿਆ ਆਪਣੇ ਗੁਰੂ ਨਹੀਂ ਦਿੰਦੇ? ਸਿੱਖਿਆ ਇਹ ਦਿੰਦੇ ਆ ਅਤੇ ਸਾਨੂੰ ਸ਼ਾਂਤੀ ਮਿਲ ਜਾਂਦੀ ਹੈ ਜੀ। ਇਹਨਾਂ ਸ਼ਾਂਤੀ ਮਿਲਣ ਦੇ ਨਾਲ ਕਿ ਕਹੀਂ ਜਿਸ ਤਰ੍ਹਾਂ ਵੀ ਹੋਇਆ ਅਸੀਂ ਕਰਕੇ ਨਾਲ ਲੱਗੇ ਤੇ ਸਾਡਾ ਗਲਤ ਫਾਇਦਾ ਤਾਂ ਫੌਜੀ ਸਾਹਿਬ ਤੁਸੀਂ ਬਾਬਾ ਜੀਵਨ ਸਿੰਘ 'ਤੇ ਵਿਸ਼ਵਾਸ ਨਹੀਂ ਕੀਤਾ, ਆਪਣੇ ਧਰਮ 'ਤੇ ਵਿਸ਼ਵਾਸ ਨਹੀਂ ਕੀਤਾ, ਆਪਣੇ ਜਿਹੜੀ ਸਾਡੀਆਂ ਕੁਰਬਾਨੀਆਂ 'ਤੇ ਵਿਸ਼ਵਾਸ ਨਹੀਂ ਕੀਤਾ, 10ਵੇਂ ਪਾਤਸ਼ਾਹ ਦੇ ਬੱਚਿਆਂ ਨੂੰ ਨੀਹਾਂ ਚਨਵਾਇਆ ਗਿਆ, ਜੰਗ ਸ਼ਹੀਦ ਹੋਏ, ਤੁਸੀਂ ਉਹ 'ਤੇ ਵਿਸ਼ਵਾਸ ਨਹੀਂ ਕੀਤਾ। ਅਤੇ ਇੱਕ ਤੁਸੀਂ ਅੱਜ ਕੱਲ੍ਹ ਦਾ ਇੱਕ ਪਾਸਟਰ ਆਇਆ ਜਿਹੜਾ ਤੁਹਾਡੇ ਨਾਲ ਐਡਾ ਵੱਡਾ ਧੱਕਾ ਕਰ ਗਿਆ, ਤੁਸੀਂ ਉਹ 'ਤੇ ਵਿਸ਼ਵਾਸ ਕਰ ਲਿਆ। ਅਸੀਂ ਇਹ ਬੰਦੇ 'ਤੇ ਵਿਸ਼ਵਾਸ ਨਹੀਂ ਕੀਤਾ ਜੀ, ਇਹ ਮਸੀਹ 'ਤੇ ਵਿਸ਼ਵਾਸ ਕੀਤਾ। ਜਾਣ ਲੈ ਮਸੀਹ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਆ, ਉਹ ਸਹੀ ਹੀ, ਉਹਨਾਂ ਸਹੀ ਗੱਲ ਕਰਦੇ। ਪਰ ਇਹ ਜਿਹੜੇ ਪ੍ਰਸ਼ਾਸਨ ਵਾਲੇ ਜਿਹੜੇ ਬੰਦੇ ਉੱਠੇ ਨਾ ਨਵੇਂ ਪਾਸਟਰ, ਇਹ ਗਲਤ ਕੰਮ ਕਰਨੇ ਜੀ। ਗੁਰੂ ਗਲਤ ਨਹੀਂ ਆ, ਗੁਰੂ ਸਹੀ ਆ। ਗੁਰੂ ਸਹੀ ਚੰਗੀ ਸਿੱਖਿਆ ਦਿੰਦਾ ਵੀ ਕਿਸੇ ਨਾਲ ਬੁਰਾ ਨਾ ਕਰੋ, ਕਿਸੇ ਨੂੰ ਝੂਠ ਨਾ ਬੋਲੋ, ਕੋਈ ਮਾੜਾ ਕੰਮ ਨਾ ਕਰੋ, ਤੇ ਸਹੀ ਸਿੱਖਿਆ ਦਿੰਦੇ ਆ। ਪਰ ਇਹ ਦੇਣ ਵਾਲੀ ਸਿੱਖਿਆ ਇਹ ਗਲਤ ਆ ਜੀ। ਜਿਸ ਤਰ੍ਹਾਂ ਮੈਂ ਦੀਪਕ ਪਾਸਟਰ ਨੇ ਤੁਹਾਡੇ ਨਾਲ ਧੋਖਾ ਕੀਤਾ ਵਾ, ਇਹ ਲੱਗਦਾ ਨਹੀਂ ਤੁਹਾਨੂੰ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਆ ਨਵੇਂ ਪਾਸਟਰ ਬਣੇ ਆ ਵੀ ਆਪਣਾ ਅਲੱਗ ਤਰ੍ਹਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਵੱਸ 'ਚ ਕਰ ਲੈਂਦੇ ਆ, ਜਦ ਕਿ ਬਾਈਬਲ ਵਿੱਚ ਕੋਈ ਅਜਿਹਾ ਨਹੀਂ ਲਿਖਿਆ? ਨਹੀਂ, ਬਾਈਬਲ ਦੇ ਵਿੱਚ ਇਹੋ ਚੀਜ਼ ਕੋਈ ਨਹੀਂ ਲਿਖੀ ਜੀ। ਬਾਈਬਲ ਦੇ ਲਿਖਿਆ ਜੀ ਇਹ ਝੂਠ ਨਹੀਂ ਬੋਲਣਾ, ਪਾਪ ਨਹੀਂ ਕਰਨਾ, ਕਿਸੇ ਦੇ ਖਿਲਾਫ ਕੰਮ ਨਹੀਂ ਗਲਤ ਕਰਨਾ, ਸਹੀ ਸਿੱਖਿਆ ਦੇਣੀ ਆ ਆਪਣਾ ਇਹ ਕੀਤਾ। ਪਰ ਇਹ ਜਿਹੜੇ ਨਵੇਂ ਪਾਸਟਰ ਉੱਠਦੇ ਆ ਇਹ ਗਲਤ ਕੰਮ ਕਰਨਾ ਜੀ। ਗੁਰੂ ਸਹੀ ਆ ਜੀ। ਸਰਦਾਰ ਸਾਹਿਬ ਜਿਸ ਤਰ੍ਹਾਂ ਤੁਹਾਡੇ ਨਾਲ ਧੋਖਾ ਹੋਇਆ, ਤੁਸੀਂ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਜੀ ਆਪਣੇ ਵੱਲੋਂ ਕਿ ਅਜਿਹੇ ਪਾਸਟਰਾਂ ਨੂੰ ਆਪਣੇ ਘਰਾਂ ਵਿੱਚ ਵੜਨ ਦੇਣਾ ਚਾਹੀਦਾ ਜਾਂ ਨਹੀਂ? ਨਹੀਂ ਜੀ, ਜਿਹੜੇ ਗਲਤ ਪਾਸਟਰ ਨੇ ਉਹ ਘਰਾਂ 'ਚ ਨਹੀਂ ਵੜਨਾ ਚਾਹੀਦਾ। ਕਿਸੇ 'ਤੇ ਯਕੀਨ ਨਾ ਕਰੋ ਤੁਸੀਂ। ਸਾਡੇ ਨਾਲ ਧੋਖਾ ਜਿਸ ਤਰ੍ਹਾਂ ਸਾਡੇ ਨਾਲ ਧੋਖਾ ਹੋ ਸਕਦਾ ਵਾ।
ਤੁਸੀਂ ਹਾਂਜੀ। ਸਮਾਜ ਨੂੰ ਆ ਨਹੀਂ ਕਹਿਣਾ ਚਾਹੁੰਦੇ ਕਿ ਆਪਣੇ ਇਤਿਹਾਸ ਤੇ ਆਪਣੇ ਧਰਮ ਤੇ ਪੂਰੇ ਖਰੇ ਉਤਰਨਾ ਚਾਹੀਦਾ, ਜਿਸ ਤਰ੍ਹਾਂ ਤੁਹਾਡਾ ਬਾਬਾ ਜੀਵਨ ਸਿੰਘ ਦਾ ਇਤਿਹਾਸ ਆ, ਤੁਸੀਂ ਆ ਨਹੀਂ ਸੇਧ ਦੇਣਾ ਚਾਹੁੰਦੇ ਵੀ ਤੇ ਆਪਣੇ ਮਜ਼੍ਹਬੀ ਸਿੱਖਾਂ ਵੀਰਾਂ ਨੂੰ ਜਿਹੜੇ ਭੜਕ ਕੇ ਆਪਣੇ ਕ੍ਰਿਸਚਨ ਭਾਈਚਾਰੇ ਜਾ ਰਲੇ ਆ, ਉਹਨਾਂ ਨੂੰ ਨਹੀਂ ਕਹਿਣਾ ਚਾਹੁੰਦੇ ਵੀ ਤੁਸੀਂ ਆਪਣੇ ਧਰਮ ਵਿੱਚ ਪੂਰੇ ਮੁਕੰਮਲ ਰਹੋ, ਪੂਰੇ ਤੁਹਾਡੇ ਵਿੱਚ ਹੋਣਾ ਚਾਹੀਦਾ, ਆਪਣੇ ਧਰਮ ਦੇ ਵਿੱਚ ਪੂਰੀ ਦਿਲ ਦੇ ਵਿੱਚ ਹੋਣੀ ਚਾਹੀਦਾ, ਸਤਿਕਾਰ ਹੋਣਾ ਚਾਹੀਦਾ, ਆ ਨਹੀਂ ਕਹਿਣਾ ਚਾਹੁੰਦੇ? ਨਹੀਂ ਜੀ, ਕਹਿਣਾ ਨਹੀਂ ਚਾਹੁੰਦੇ, ਪਰ ਇਹ ਬੇਨਤੀ ਇਹ ਆ ਜੀ ਵੀ ਜਿਹੜਾ ਇਹ ਧਰਮ ਤੇ ਚੱਲਦਾ ਵਾ, ਇਹਦੇ 'ਚੋਂ ਕੁਝ ਲੱਭਦਾ ਸੀ ਤਾਂ ਕਰਕੇ ਚੱਲੇ ਹਾਂ। ਪਰ ਜਿਹੜੇ ਨਿਭਾਉਣ ਵਾਲੇ ਇਹਨਾਂ ਨੇ ਗਲਤ ਕੰਮ ਕੀਤਾ ਜੀ। ਲੱਭਦਾ ਹੈਗਾ ਇਹ, ਚੰਗੀ ਸਿੱਖਿਆ ਸਾਨੂੰ ਮਿਲਦੀ, ਚੰਗਾ ਅਸੀਂ ਕੰਮ ਕਰਦੇ ਹਾਂ, ਘਰ 'ਚ ਸੁੱਖ ਸ਼ਾਂਤੀ। ਪਰ ਜਦੋਂ ਦਾ ਇਹ ਬੰਦਾ ਆਇਆ, ਸੁੱਖ ਸ਼ਾਂਤੀ ਤੁਹਾਡੀ ਵਿਗੜ ਗਈ ਸਾਰੀ, ਤੁਹਾਡੀ ਦੋਹਤੀ ਨੂੰ ਕੱਢ ਕੇ ਲੈ ਗਏ, ਸੁੱਖ ਸ਼ਾਂਤੀ ਕਾਹਦੀ ਰਹਿ ਗਈ? ਇਹ ਜਿਹੜਾ ਜਦੋਂ ਦਾ ਇਹ ਬੰਦਾ ਪਾਸਟਰ ਆ ਕਰ, ਉਦੋਂ ਤੋਂ ਸਾਡੇ ਘਰ 'ਚ ਕਹਾਣੀ ਵਿਗੜੀ ਜੇ। ਫਾਦਰ ਆ ਐਜ਼ ਏ ਪਾਸਟਰ ਆ, ਉਹਨਾਂ ਨੂੰ ਜਿਹੜੇ ਪਾਸਟਰ ਜੀ ਦੀ ਗੱਲ ਕਰਦੇ ਪਏ ਪਾਸਟਰ ਦੀਪਕ, ਉਹਨਾਂ ਨੇ ਹੀ ਨਿਯੁਕਤ ਕੀਤਾ ਸੀ, ਉਹਨਾਂ ਦੀ ਅਥਾਰਟੀ ਨਾਲ ਹੀ ਇਹ ਪਾਸਟਰ ਬਣੀ ਸੀ। ਇਹ ਕਿੰਨੀ ਕੁ ਦੇਰ ਤੋਂ ਜਿਹੜੇ ਪਲਕ ਦੇ ਉਹਨਾਂ ਨਾਲ ਸੰਬੰਧ ਚੱਲਦੇ ਪਏ ਸੀ, ਤੁਹਾਨੂੰ ਕੋਈ ਹੈ ਇਹਦੇ ਬਾਰੇ ਜਾਣਕਾਰੀ? ਨਹੀਂ, ਮੈਨੂੰ ਉਹਨਾਂ ਦੇ ਪਤਾ ਹੀ ਨਹੀਂ ਹੈ ਕਿ ਉਹਨਾਂ ਦੇ ਸੰਬੰਧ ਹੈਗੇ ਸੀ ਜਾਂ ਨਹੀਂ ਹੈਗੇ ਸੀ, ਤੇ ਫਿਰ ਮੈਂ ਇਹ ਕਿੱਦਾਂ ਕਹਿ ਸਕਦੀ ਕਿ ਕਿੰਨੀ ਦੇਰ ਤੋਂ ਚੱਲਦੇ ਪਏ ਸੀ ਜੇ। ਹਾਂਜੀ, ਮੈਨੂੰ ਨਹੀਂ ਉਹਨਾਂ ਦਾ ਨਹੀਂ ਪਤਾ ਜੀ। ਪਰਮਜੀਤ ਵੱਲੋਂ ਕਿਹਾ ਜਾ ਰਿਹਾ ਕਿ ਦਲਜੀਤ ਕੌਰ ਨੇ ਕਿਹਾ ਕਿ ਜਿੱਦਾਂ ਆਪਣਾ ਦੀਪਕ ਪਾਸਟਰ ਆ, ਉਹਦੀ ਵਾਈਫ ਨੇ ਤੁਹਾਨੂੰ ਸਾਰੇ ਅਖਤਿਆਰ ਦੇ ਦਿੱਤੇ ਆ। ਜਿਸ ਤਰ੍ਹਾਂ ਉਹ ਸੁਪਨੇ ਦੀ ਗੱਲ ਸੁਣਾ ਰਹੇ ਸੀ ਕਿ ਸੁਪਨੇ ਵਿੱਚ ਇੱਕ ਗੋਲਡਨ ਚੁੰਨੀ ਦਿੱਤੀ ਜਾਂਦੀ ਆ, ਅਤੇ ਉਹ ਕਹਿ ਰਿਹਾ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਕਿ ਜਿਹੜੇ ਸਾਰੇ ਹੱਕ ਹਕੂਕ ਜਿਹੜੇ ਆ ਉਹ ਪਲਕ ਨੂੰ ਦੇ ਦਿੱਤੇ ਗਏ। ਚਲੋ, ਇਹ ਤੇ ਉਹਨਾਂ ਦੀ ਕੁੜੀ ਨੂੰ ਸੁਪਨਾ ਆਇਆ ਨਾ, ਮੈਨੂੰ ਤੇ ਨਹੀਂ ਆਇਆ ਜੀ। ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਜੇ ਕਿ ਉਹਦੀ ਕੁੜੀ ਨੂੰ ਕਿੰਨੇ ਹੱਕ ਦਿੱਤੇ ਆ। ਉਹ ਕਹਿੰਦੀ ਪਈ ਆ, ਮੈਂ ਤੇ ਕੁਝ ਨਹੀਂ ਕਹਿੰਦੀ ਪਈ, ਕਿਉਂਕਿ ਮੈਨੂੰ ਤਾਂ ਕਹਿਣਾ ਕਿ ਦਲਜੀਤ ਕੌਰ ਦਾ ਕਹਿਣਾ ਵਾ ਕਿ ਪਲਕਦੀਪ ਨੂੰ ਕਿਹਾ ਗਿਆ ਕਿ ਜਿੰਨੇ ਵੀ ਹੱਕ ਹੁਕ ਹੈ ਪਰਮੇਸ਼ਰ ਦੀ ਰਜ਼ਾ ਨਾਲ ਸਭ ਕੁਝ ਹੋ ਰਿਹਾ। ਔਰ ਦਲਜੀਤ ਕੌਰ ਨੇ ਪਰਮਜੀਤ ਨੂੰ ਇਹ ਵੀ ਕਿਹਾ ਸੀ ਕਿ ਜੋ ਕਰ ਰਹੀ ਹੈ ਪਲਕ, ਆ ਸਭ ਕੁਝ ਪਰਮੇਸ਼ਰ ਦੀ ਰਜ਼ਾ ਨਾਲ ਕਰ ਰਹੀ ਹੈ। ਜੇਕਰ ਪਰਮਜੀਤ ਭਾਜੀ ਕਹਿੰਦੇ ਆ ਕਿ ਇਹ ਪਰਮੇਸ਼ਰ ਦੀ ਰਜ਼ਾ ਨਾਲ ਹੋ ਰਿਹਾ ਆ, ਤੇ ਫਿਰ ਉਹਨਾਂ ਨੂੰ ਪਤਾ ਹੋਊਗਾ ਕਿ ਪਰਮੇਸ਼ਰ ਦੀ ਰਜ਼ਾ ਨਾਲ ਹੋ ਰਿਹਾ ਆ। ਇਹ ਤੁਹਾਡੇ ਵੱਲੋਂ ਕਿਹਾ ਗਿਆ ਸੀ? ਨਹੀਂ, ਮੈਂ ਤੇ ਨਹੀਂ ਉਹਨਾਂ ਨੂੰ ਕਿਹਾ ਜੇ, ਮੈਨੂੰ ਨਹੀਂ ਪਤਾ। ਜੇਕਰ ਪਰਮੇਸ਼ਰ ਦੀ ਰਜ਼ਾ ਹੁੰਦੀ ਇਸ ਕੰਮ ਦੇ ਵਿੱਚ, ਤੇ ਕਦੀ ਇੰਨੇ ਖਿਲਾਰੇ ਨਹੀਂ ਪੈਣੇ ਸੀ, ਕਿਉਂਕਿ ਪਰਮੇਸ਼ਰ ਕਦੀ ਵੀ ਆਪਣੇ ਬੱਚਿਆਂ ਨੂੰ ਕੋਈ ਵੀ ਚੀਜ਼ ਲੋਕਾਂ ਦੇ ਵਿੱਚ ਅਫਵਾਹਾਂ ਡਾ ਕੇ ਨਹੀਂ ਦਿੰਦਾ ਜੀ। ਹਾਂਜੀ। ਇਹ ਦੀਪਕ ਪਾਸਟਰ ਦੀ ਮੈਰਿਜ ਜਿਹੜੀ ਸ਼ਾਦੀ ਹੋਈ ਹੈ, ਇਹ ਕਿੰਨੇ ਬੱਚੇ ਸੀ ਉਹਦੇ? ਉਹਨਾਂ ਦੀ 4 ਬੱਚੇ ਸੀ। ਹਾਂਜੀ, 4 ਬੱਚੇ। ਔਰ ਦੱਸਦੇ ਵੀ ਬੇਟੀ ਜਿਹੜੀ ਆ ਉਹ ਪਹਿਲਾਂ ਮੈਰਿਜ ਹੋਈ ਹੈ। ਇੱਕ ਬੇਟੀ ਮੈਰਿਡ ਆ, ਉਹਦਾ ਵੀ ਅੱਗੇ ਬੇਟਾ ਹੈ ਇੱਕ। ਹਾਂਜੀ। ਫਿਰ ਜਿਹੜੇ ਦੀਪਕ ਪਾਸਟਰ ਨੇ ਜਿਹੜਾ ਘਿਨੌਣੀ ਹਰਕਤ ਕੀਤੀ ਹੈ, ਇੱਕ ਲੜਕੀ ਨੂੰ ਵਰਗ ਲਗਾ ਕੇ ਆਪਣੇ ਹੱਥਾਂ ਦੇ ਪਾ ਕੇ ਉਹਦਾ ਮਾਈਂਡ ਵਾਸ਼ ਕਰਕੇ ਉਹਦੇ ਨਾਲ ਸ਼ਾਦੀ ਕਰਾਈ ਗਈ ਆ, ਉਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ? ਵੇਖੋ ਜੀ, ਮੈਂ ਬੋਲਦੀ ਹਾਂ ਕਿ ਚਲੋ ਵਚਨ ਕਹਿੰਦਾ ਕਿ ਜੇ ਤੁਸੀਂ ਗਲਤ ਨੂੰ ਗਲਤ ਕਹਿੰਦੇ ਜੇ, ਤੇ ਮੇਰੀ ਨਜ਼ਰ 'ਚ ਸਹੀ ਜੇ, ਠੀਕ ਆ। ਜੇਕਰ ਅੱਜ ਉਹਨੂੰ ਮੈਂ ਗਲਤ ਨਹੀਂ ਕਹਿੰਦੀ, ਤੇ ਅੱਜ ਮੈਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਗਲਤ ਹੁੰਨੀ ਆ, ਉਹਦੀ ਨਜ਼ਰ ਦੇ ਵਿੱਚ ਗੁਨਾਹਗਾਰ ਹੁੰਨੀ ਆ। ਤੇ ਜੇਕਰ ਉਹ ਉਹਨਾਂ ਦੀ ਕੁੜੀ ਨੂੰ ਲੈ ਗਏ ਆ, ਤੇ ਇਹਦੇ ਵਿੱਚ ਸਾਡੀ, ਚਲੋ ਉਹਨਾਂ ਦੀ ਨਹੀਂ, ਸਾਡੀ ਵੀ ਕੁੜੀ ਸੀ। ਅੱਜ ਉਹ ਚਾਹੇ ਸਾਨੂੰ ਆਪਣਾ ਸਮਝਣ ਚਾਹੇ ਨਾ ਸਮਝਣ, ਸਾਨੂੰ ਵੀ ਓਨਾ ਹੀ ਦੁੱਖ ਆ ਜਿੰਨਾ ਉਹਨਾਂ ਨੂੰ ਦੁੱਖ ਆ। ਸਾਨੂੰ ਨਹੀਂ ਪਤਾ ਸੀ ਕਿ ਪਾਸਟਰ ਜੀ ਸਾਡੇ ਘਰ ਨੂੰ ਸੰਨ ਲਾ ਕੇ ਬੈਠੇ ਆ। ਦੀਪਕ ਨੂੰ ਬੇਟੀ ਜਿਹੜੀ ਪਲਕ ਆ ਉਹਨੂੰ ਪਾਪਾ ਕਿਹਾ ਕਰਦੀ ਸੀ, ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ, ਕੋਈ ਕਿਸੇ ਤੇ ਵਿਸ਼ਵਾਸ ਕਿਸ ਤਰ੍ਹਾਂ ਕਰੂ? ਰਿਸ਼ਤੇ ਤੇ ਸੱਚਮੁੱਚ ਹੀ ਤਾਰ-ਤਾਰ ਹੋ ਗਏ ਜੀ, ਕਿ ਵਿਸ਼ਵਾਸ ਕਰਨ ਦੇ ਯੋਗ ਕੋਈ ਹੈਗਾ ਹੀ ਨਹੀਂ ਜੀ। ਕਿਉਂਕਿ ਅੱਜ ਜੇ ਇਹ ਲੈ ਗਏ ਆ, ਸਾਨੂੰ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ, ਕੱਲ੍ਹ ਨੂੰ ਅਸੀਂ ਕਿਸੇ ਪਾਸਟਰ ਨੂੰ ਵੀ ਆਪਣੇ ਘਰ ਦੇ ਵਿੱਚ ਨਹੀਂ ਵੜਨ ਦੇਵਾਂਗੇ। ਕਿਉਂਕਿ ਅੱਜ ਇੱਕ ਨੂੰ ਲੈ ਗਿਆ, ਕੱਲ੍ਹ ਨੂੰ ਸਾਡੀਆਂ ਹੋਰ ਹੈਗੀਆਂ। ਇੱਕ ਮੇਰੀ ਬੇਟੀ ਆ, 2 ਮੇਰੀਆਂ ਭਤੀਜੀਆਂ ਆ, ਕੱਲ੍ਹ ਨੂੰ ਸਾਡੀਆਂ ਹੋਰ ਹੈਗੀਆਂ। ਸਾਨੂੰ ਕਿਸੇ ਤੇ ਯਕੀਨ ਨਹੀਂ ਜੀ। ਜਿਸ ਤਰ੍ਹਾਂ ਅੱਜ ਕੱਲ੍ਹ ਨਵੇਂ ਪਾਸਟਰ ਜਿਹੜੇ ਆ ਛੋਟੀ ਉਮਰ ਵਿੱਚ ਪਾਸਟਰ ਬਣ ਗਏ ਆ, ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹ ਪ੍ਰਾਰਥਨਾ ਕਰਦੇ ਆ, ਬੇਨਤੀਆਂ ਕਰਦੇ, ਕਹਿੰਦੇ ਅਸੀਂ ਪ੍ਰਭੂ ਨਾਲ ਮਿਲਾ ਦਾਂਗੇ। ਕਿ ਪ੍ਰਭੂ ਨੂੰ ਮਿਲਾਉਣਾ ਇੰਨਾ ਸੌਖਾ ਹੈ, ਜਾਂ ਕਹਿੰਦੇ ਤੁਹਾਡੀ ਅਸੀਂ ਗਰੀਬੀ ਦੂਰ ਕਰ ਦਾਂਗੇ ਜੇ ਤੁਹਾਨੂੰ ਤੰਦਰੁਸਤੀ ਦੇ ਸਕਦੇ ਹਾਂ ਅਸੀਂ? ਕਿ ਉਹਨਾਂ ਪਾਸਟਰਾਂ ਦੇ ਹੱਥ 'ਚ ਇੰਨੀ ਪਾਵਰ ਹੈਗੀ ਆ? ਮੈਂ ਇਸ ਬਾਰੇ ਕੁਝ ਨਹੀਂ ਬੋਲ ਸਕਦੀ ਜੇ, ਕਿਉਂਕਿ ਵਚਨ ਕਹਿੰਦਾ ਹੈ ਕਿ ਤੂੰ ਮੇਰੇ ਛੋਟੇ ਤੋਂ ਛੋਟੇ ਦਾਸ ਦਾ ਵੀ ਆਦਰ ਕਰ। ਤੇ ਜਿਹੜਾ ਇਨਸਾਨ ਆਪਣੇ ਨਾਲ ਪਾਸਟਰ ਵਰਡ ਲਾ ਲੈਂਦਾ ਆ, ਅਸੀਂ ਉਹਦੇ ਖਿਲਾਫ ਨਹੀਂ ਬੋਲ ਸਕਦੇ ਜੇ। ਜਿਹੜੇ ਸਹੀ ਆ ਉਹਨਾਂ ਦੇ ਖਿਲਾਫ ਨਹੀਂ ਅਸੀਂ ਬੋਲ ਸਕਦੇ ਜੇ। ਅਸੀਂ ਦਾਸਾਂ ਨੂੰ ਗਲਤ ਨਹੀਂ ਕਹਿ ਸਕਦੇ। ਜਿਹੜੇ ਸਹੀ ਆ, ਮੈਂ ਉਹਨਾਂ ਦੀ ਗੱਲ ਕਰਦੀ ਪਈ ਆ ਕਿ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ। ਜੇ ਉਹ ਕਹਿੰਦੇ ਆ ਤੇ ਪਰਮੇਸ਼ਰ ਉਹਨਾਂ ਨਾਲ ਕੰਮ ਕਰਦੇ ਆ। ਜਿਸ ਤੋਂ 50-60 ਸਾਲ ਪੁਰਾਣੇ ਜਿਹੜੇ ਪਾਸਟਰ ਆ ਜੇ ਕ੍ਰਿਸਚਨ ਭਾਈਚਾਰੇ ਦੇ ਵਿੱਚ, ਉਹਨਾਂ ਨਾਲ ਗੱਲਬਾਤ ਕਰੀਏ ਤੇ ਉਹ ਕਹਿੰਦੇ ਵੀ ਜੋ ਵੀ ਅੱਜ ਨਵੇਂ ਪਾਸਟਰ ਬਣੇ ਆ ਛੋਟੀ ਉਮਰਾਂ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਜਾ ਕੇ ਆ ਪ੍ਰਾਰਥਨਾ ਕਰਦੇ ਨੇ, ਆ ਕਾਫੀ ਹੱਦ ਤੱਕ ਗਲਤ ਆ। ਕਿਉਂਕਿ ਬਾਈਬਲ ਵਿੱਚ ਕੋਈ ਅਜਿਹਾ ਨਹੀਂ ਲਿਖਿਆ
ਕਿ ਛੂ ਮੰਤਰ ਆਪਾਂ ਅੱਜ ਹੀ ਉਹਨਾਂ ਦੀ ਪ੍ਰਾਰਥਨਾ ਕਰੀਏ ਤੇ ਬਿਲਕੁਲ ਠੀਕ ਹੋ ਜਾਏਗਾ। ਆ ਲੋਕਾਂ ਨੂੰ ਵਰਗ ਲਗਾ ਕੇ ਜਿਸ ਤਰ੍ਹਾਂ ਆਪਾਂ ਕਹਿੰਦੇ ਧਰਮ ਤਬਦੀਲ ਕੀਤਾ ਜਾ ਸਕਦਾ, ਗਰੀਬ ਲੋਕਾਂ ਦੇ ਫਾਇਦੇ ਉਠਾਏ ਜਾ ਰਹੇ ਨੇ, ਕੋਈ ਅਜਿਹਾ ਵੀ ਹੈ? ਚਲੋ ਜਿਹੜੇ ਪਾਸਟਰ ਬੈਠੇ ਆ ਉਹ ਮੇਰੇ ਨਾਲੋਂ ਵੱਡੇ ਆ, ਬਹੁਤ ਗਿਆਨਵਾਨ ਆ। ਮੈਂ ਉਹਨਾਂ ਦੀ ਸੋਚਾਂ ਦੇ ਅਕੋਰਡਿੰਗ ਹਾਲੇ ਮੈਂ ਨਹੀਂ ਸੋਚ ਸਕਦੀ ਜੇ ਕਿ ਵਚਨ ਉਹਨਾਂ ਨੂੰ ਕੀ ਸਿਖਾਉਂਦਾ ਹੈ, ਲੇਕਿਨ ਪਰ ਵਚਨ ਕਹਿੰਦਾ ਆ ਕਿ ਮੈਂ ਅੰਤ ਦੇ ਸਮੇਂ ਵਿੱਚ ਆਪਣਾ ਆਤਮਾ ਸਭਨਾਂ 'ਤੇ ਵਹਾ ਦਿਆਂਗਾ, ਬੱਚਿਆਂ 'ਤੇ ਵੀ, ਬਜ਼ੁਰਗਾਂ 'ਤੇ ਵੀ, ਔਰਤਾਂ 'ਤੇ ਵੀ ਅਤੇ ਮਰਦਾਂ 'ਤੇ ਵੀ। ਇਸੇ ਤਰ੍ਹਾਂ ਸਿੱਖ ਧਰਮ ਵੀ ਕਹਿ ਰਿਹਾ ਕਿ ਮੈਂ ਹਰ ਸਮੇਂ ਨਰਕਾਂ ਸਵਰਗਾਂ ਮੈਂ ਤੇਰਾ ਸਾਥ ਦਊਂਗਾ ਜੇ ਤੁਸੀਂ ਪਰਮਾਤਮਾ ਦਾ ਨਾਂ ਲਓਗੇ। ਫਿਰ ਆਪਣੇ ਧਰਮ ਉੱਤੇ ਕਿਉਂ ਨਹੀਂ ਵਿਸ਼ਵਾਸ ਕਰਦੇ? ਅਸੀਂ ਤਾਂ ਆਪਣੇ ਧਰਮ ਉੱਤੇ ਹੀ ਕਰਦੇ ਪਏ ਜੀ। ਨਹੀਂ, ਤੁਸੀਂ ਜਿਸ ਤਰ੍ਹਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ, ਫਿਰ ਕੀ ਨੌਬਤ ਪੈ ਗਈ ਤੁਸੀਂ ਕ੍ਰਿਸਚਨ ਭਾਈਚਾਰੇ 'ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗੇ? ਕਿਉਂਕਿ ਮੈਂ ਵੇਖੋ ਪਰਮੇਸ਼ਵਰ ਕਹਿੰਦਾ ਮੈਂ ਤੇਰੇ ਧਰਮ ਨੂੰ ਨਹੀਂ ਬਦਲਦਾ, ਮੈਂ ਤੇਰੇ ਜੀਵਨ ਨੂੰ ਬਦਲਦਾ ਆ। ਜੇਕਰ ਮੈਂ ਵੇਖਦੀ ਹਾਂ ਤੁਸੀਂ ਕਹਿੰਦੇ ਸਿੱਖ ਧਰਮ ਦੇ ਵਿੱਚ ਤੇ ਮੇਰੇ ਨਾਮ ਦੇ ਨਾਲ ਅੱਜ ਵੀ ਦਲਜੀਤ ਕੌਰ ਹੀ ਲੱਗਾ ਹੋਇਆ ਆ। ਪਰ ਇਸ 'ਤੇ ਇੱਕ ਟਿੱਪਣੀਆਂ ਹੋ ਰਹੀਆਂ ਕਿ ਜਦ ਆਪਾਂ ਧਰਮ ਹੀ ਤਬਦੀਲ ਕਰ ਲਿਆ ਜਾਂ ਦੂਜੇ ਧਰਮ ਦੇ ਵਿੱਚ ਜਾ ਕੇ ਅਸੀਂ ਕਨਵੈਂਟ ਹੋ ਗਏ ਹਾਂ, ਫਿਰ ਆਪਾਂ ਜਿਸ ਤਰ੍ਹਾਂ ਦਲਜੀਤ ਕੌਰ ਨਹੀਂ ਹੋਣਾ ਚਾਹੀਦਾ, ਦਲਜੀਤ ਮਸੀਹ ਹੋਣਾ ਚਾਹੀਦਾ, ਜਾਂ ਜਿਹੜੇ ਸਰਦਾਰ ਸਿੰਘ ਹੁੰਦੇ ਉਹ ਵੀ ਨਹੀਂ ਹੋਣਾ ਚਾਹੀਦਾ, ਉੱਥੇ ਵੀ ਪਿੱਛੇ ਮਸੀਹ ਹੋਣਾ ਚਾਹੀਦਾ। ਇਸ ਚੀਜ਼ 'ਤੇ ਮੈਂ ਨਹੀਂ ਕੁਝ ਬੋਲ ਸਕਦੀ ਜੇ, ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਵਚਨ ਦੇ ਹਿਸਾਬ ਨਾਲ ਜਿਹੜੇ ਮੇਰੇ ਨਾਲੋਂ ਉੱਪਰ ਬੈਠੇ ਉਹ ਬਹੁਤ ਗਿਆਨਵਾਨ ਆ। ਮੈਂ ਨਹੀਂ ਇਸ ਹਾਂਜੀ, ਹੋ ਸਕਦਾ ਕੋਈ ਤੁਹਾਨੂੰ ਗਿਆਨਵਾਨ ਮਿਲੇਗਾ ਤੇ ਤੁਸੀਂ ਉਹਨਾਂ ਕੋਲੋਂ ਪੁੱਛ ਲਿਓ, ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਤੁਸੀਂ ਕਿ ਇੱਕ ਚਰਚ ਚਲਾ ਰਹੇ ਹੋ, ਤੁਹਾਨੂੰ ਤੇ ਗਿਆਨ ਹੋਣਾ ਚਾਹੀਦਾ। ਚਲੋ ਮੈਂ ਚਰਚ ਚਲਾ ਰਹੀ ਹਾਂ, ਮੈਨੂੰ ਤੇ 1 ਮਹੀਨਾ ਹੋ ਗਿਆ ਨਾ, ਮੰਨ ਲਓ ਵੱਧ ਤੋਂ ਵੱਧ 15 ਦਿਨ ਹੋ ਗਏ, 15 ਦਿਨ 1 ਮਹੀਨਾ ਹੋ ਗਿਆ, ਤੇ ਜਿਹੜੇ ਚਰਚ ਚਲਾ ਰਹੇ ਉਹਨਾਂ ਨੂੰ 6 ਸਾਲ 7 ਸਾਲ 8 ਸਾਲ 15 ਸਾਲ ਹੋ ਗਏ ਆ। ਉਹਨਾਂ ਦੀ ਸੋਚ ਮੇਰੀ ਸੋਚ 'ਚ ਤੁਹਾਨੂੰ ਬੜਾ ਲੱਗਦਾ ਨਹੀਂ ਇਹ ਜਿਸ ਤਰ੍ਹਾਂ ਇਹ ਪ੍ਰਚਾਰ ਹੋ ਰਿਹਾ, ਆਪਾਂ ਕਿਸੇ ਧਰਮਾਂ ਦੇ ਖਿਲਾਫ ਕਰ ਰਹੇ ਹਾਂ, ਜਾਂ ਕਹਿ ਦਿੰਦੇ ਆਪਾਂ ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਨੂੰ ਨਹੀਂ ਮੰਨਦੇ, ਆਪਾਂ ਉਹਨਾਂ ਨੂੰ ਕਹਿ ਦਿੰਦੇ ਸ਼ੈਤਾਨ ਆ ਜੀ, ਗੁਰਦੁਆਰੇ ਜਾ ਕੇ ਪ੍ਰਸ਼ਾਦ ਨਹੀਂ ਲੈਣਾ, ਜਾਂ ਆਪਾਂ ਜਲ ਪਵਿੱਤਰ ਜਲ ਜਿਹੜੇ ਸਿੱਖ ਉਹਨੂੰ ਪਵਿੱਤਰ ਜਲ ਕਹਿੰਦੇ ਆ, ਉੱਥੇ ਕ੍ਰਿਸਚਨ ਭਾਈਚਾਰਾ ਕਹਿੰਦਾ ਕਿ ਮਲ ਮੂਤਰ ਆ, ਜੋ ਮਲ ਮੂਤਰਾਂ ਦਾ ਜਿਹੜਾ ਪਾਣੀ ਆ ਉਹ ਆਪਣੇ ਉੱਤੇ ਲੋਕ ਪੀਂਦੇ ਆ, ਉੱਤੇ ਛਿਣਕਦੇ ਆ। ਅਜਿਹੀਆਂ ਜੋ ਪ੍ਰਚਾਰ ਕੂੜ ਪ੍ਰਚਾਰ ਹੁੰਦਾ, ਤਾਂ ਦੀ ਤੇ ਸਮਾਜ ਵਿੱਚ ਇਸ ਟਾਈਮ ਇਹ ਦੰਗਿਆਂ ਦੇ ਖਤਰੇ ਬਣੇ ਹੋਏ ਆ, ਮਾਹੌਲ ਖਰਾਬ ਹੋਣ ਦੇ ਖਤਰੇ ਬਣੇ ਹੋਏ ਆ। ਨਹੀਂ, ਅੱਜ ਤੱਕ ਸਾਡੇ ਚਰਚ ਦੇ ਵਿੱਚ ਇਹ ਚੀਜ਼ ਨਹੀਂ ਹੋਈ ਜੀ ਕਿ ਆਪਾਂ ਕਿਸੇ ਗੁਰੂ ਦੇ ਖਿਲਾਫ ਬੋਲੇ ਹੋਏ, ਕਿਉਂਕਿ ਮੇਰੇ ਤੇ ਫਾਦਰ ਖੁਦ ਕਿਸੇ ਨੂੰ ਜਦੋਂ ਐਗਜ਼ਾਮਪਲ ਦਿੰਦੇ ਉਹ ਹਾਲੇ ਤੱਕ ਸਿੱਖ ਧਰਮ ਦੀ ਹੀ ਐਗਜ਼ਾਮਪਲ ਦਿੰਦੇ, ਕਿਉਂਕਿ ਉਹ ਅੱਜ ਵੀ ਸਿੱਖ ਧਰਮ ਦੇ ਵਿੱਚ ਹੀ ਆ। ਹਾਂਜੀ, ਇਸ ਕਰਕੇ ਆਪਾਂ ਨਹੀਂ ਕੁਝ ਕਹਿ ਸਕਦੇ, ਆਪਾਂ ਕਿਸੇ ਦੇ ਧਰਮ ਨੂੰ ਨਹੀਂ ਚੇਂਜ ਕੀਤਾ। ਅਸੀਂ ਨਾ ਕਦੀ ਗੁਰੂ ਨਾਨਕ ਦੇਵ ਜੀ ਨੂੰ ਮਾੜਾ ਕਿਹਾ, ਨਾ ਕਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਕਿਹਾ। ਦੇਖੋ ਅੱਜ ਵੀ ਅਸੀਂ ਉਹਨਾਂ ਦਾ ਆਦਰ ਜ਼ਰੂਰ ਕਰਦੇ ਹਾਂ। ਹਾਂਜੀ, ਤੁਸੀਂ ਕਹਿੰਦੇ ਪ੍ਰਸ਼ਾਦ ਨਹੀਂ ਖਾਣਾ, ਕੁਛ ਨਹੀਂ ਕਰਨਾ, ਉਹ ਕੁਛ ਹੁਕਮ ਹੁੰਦੇ ਆ। ਜਿਸ ਤਰ੍ਹਾਂ ਤੁਹਾਡੇ ਧਰਮ ਦੇ ਵਿੱਚ ਕੁਛ ਹੁਕਮ ਹੈ, ਇਸ ਤਰ੍ਹਾਂ ਸਾਡੇ ਧਰਮ ਦੇ ਵਿੱਚ ਵੀ ਕੁਛ ਹੁਕਮ ਹੈ, ਅਸੀਂ ਉਹਨਾਂ ਨੂੰ ਹੁਕਮਾਂ ਦੇ ਅਨੁਸਾਰ ਮੰਨਦੇ ਹਾਂ। ਹਾਂਜੀ, ਜੋ ਪਾਸਟਰ ਹੁਣ ਪ੍ਰਚਾਰ ਕਰਦੇ ਨੇ ਘਰਾਂ ਦੇ ਵਿੱਚ ਜਾ ਕੇ, ਪਹਿਲਾਂ ਗੁਪਤ ਪ੍ਰਚਾਰ ਕਰਦੇ, ਹੁਣ ਸ਼ਰੇਆਮ ਪ੍ਰਚਾਰ ਕਰਨ ਲੱਗ ਪਏ, ਗੁਰੂਆਂ 'ਤੇ ਵੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਹਾਨੂੰ ਲੱਗਦਾ ਨਹੀਂ ਇਸ ਤਰ੍ਹਾਂ ਮਾਹੌਲ ਖਰਾਬ ਹੋ ਸਕਦਾ? ਜਾਂ ਜਿਸ ਤਰ੍ਹਾਂ ਜਿਹੜੀ ਆ ਅਣਕੋਣੀ ਜਿਹੜੀ ਹਰਕਤ ਹੋਈ ਆ, ਪਲਕਦੀਪ ਨੂੰ ਕੱਢ ਕੇ ਲੈ ਗਿਆ ਪਾਸਟਰ, ਇੱਕ 4 ਬੱਚਿਆਂ ਦਾ ਬਾਪ, ਕੀ ਲੱਗਦਾ ਨਹੀਂ ਕਿਤੇ ਸਮਾਜ ਵਿੱਚ ਬਹੁਤ ਵੱਡੀਆਂ ਵੰਡੀਆਂ ਪੈ ਰਹੀਆਂ, ਜਿੱਥੇ ਇਸ ਜਿਹੜੇ ਲੋਕ ਜੇ ਈਸਾਈ ਧਰਮ ਵਿੱਚ ਲੋਕਾਂ ਦਾ ਵੀ ਦਿਲ ਜੇ ਹਿਰਦਿਆਂ ਨੂੰ ਸੱਟ ਲੱਗੀ ਆ? ਹਾਂਜੀ, ਉਹ ਤੇ ਜ਼ਰੂਰ ਲੱਗੀ ਹੈ। ਪਰਮਜੀਤ ਕੀ ਲੱਗਦੇ ਤੁਹਾਡੇ? ਪਰਮਜੀਤ ਸਿੰਘ ਜੀ ਸਾਡੇ ਚਰਚ ਦੇ ਵਿੱਚ ਆਉਂਦੇ ਸੀ ਤੇ ਸਾਡੇ ਬਹੁਤ ਅੱਛੇ ਬੰਦੇ ਸੀ। ਤੇ ਚਲੋ ਹੁਣ ਜਿਸ ਤਰ੍ਹਾਂ ਵੀ ਆ, ਜੋ ਵੀ ਜਿੱਦਾਂ ਇਲਜ਼ਾਮ ਲਾ ਰਹੇ ਨੇ ਉਹ ਸਭ ਗਲਤ ਨੇ। ਤੇ ਪਹਿਲੀ ਗੱਲ ਤੇ ਇਹ ਆ ਕਿ ਬੇਟੀ ਨੂੰ ਕੋਈ ਇਹਨਾਂ ਦੀ ਨੂੰ ਭਜਾਇਆ ਨਹੀਂ ਗਿਆ ਆ, ਇਹਨਾਂ ਦੀ ਬੇਟੀ ਨੂੰ ਕੋਈ ਭਜਾਇਆ ਨਹੀਂ ਗਿਆ, ਬਕਾਇਦਾ ਕਿ ਰਜ਼ਾਮੰਦੀ ਦੇ ਨਾਲ, ਇਹਨਾਂ ਦੇ ਘਰਦਿਆਂ ਦੀ ਖੁਦ ਪਰਮਜੀਤ ਦੀ ਰਜ਼ਾਮੰਦੀ ਦੇ ਨਾਲ ਹੀ ਕੁੜੀ ਮੇਰੇ ਕੋਲ ਆਈ ਆ। ਉਹਦਾ ਸਬੂਤ ਹੈ ਕਿ ਇਹਨਾਂ ਦੀ ਬੇਟੀ ਦੇ ਫੋਨ ਦੇ ਵਿੱਚੋਂ ਮੈਨੂੰ ਸਵੇਰੇ ਫੋਨ ਆਇਆ, ਰਿਕਾਰਡਿੰਗ ਕਢਾ ਲੈਣ, ਲੋਕੇਸ਼ਨ ਕਢਾ ਲੈਣ, ਮੈਨੂੰ ਫੋਨ ਆਇਆ ਸਵੇਰੇ ਫੋਨ ਆਇਆ। ਤੇ ਉਹਨਾਂ ਨੇ ਮੈਨੂੰ, ਇਹਨਾਂ ਨੂੰ ਫੋਨ ਕਿਹਨਾਂ ਨੇ ਦਿੱਤਾ? ਉਹਨਾਂ ਦੇ ਪਾਪਾ ਨੇ ਦਿੱਤਾ। ਨਹੀਂ ਤੇ ਭਾਈ ਤੁਸੀਂ ਆਪ ਹੀ ਸਮਝਦਾਰ ਜੇ, ਸਵੇਰੇ 11 ਵਜੇ ਕੁੜੀ ਕਿੱਦਾਂ ਭੱਜ ਸਕਦੀ? ਹਾਂ, ਕਹਿੰਦਾ ਕਿ ਐਤਵਾਰ ਦਾ ਦਿਨ ਜਦੋਂ ਕਿ ਬੜੀ ਭੀੜ ਇਹਨਾਂ ਦੇ ਘਰ ਦੇ ਵਿੱਚ, ਸਤਸੰਗ ਚੱਲਦਾ ਪਿਆ, ਕੁੜੀ ਸਤਸੰਗ ਦੇ ਵਿੱਚ ਉੱਠ ਕੇ ਕਿੱਦਾਂ ਜਾ ਸਕਦੀ ਹੈ? ਇਹਨਾਂ ਦੀ ਰਜ਼ਾਮੰਦੀ ਦੇ ਨਾਲ ਕੁੜੀ ਨੇ ਸਟੈਪ ਚੁੱਕਿਆ ਵਾ ਤਾਂ ਕਿ ਮੈਨੂੰ ਫਸਾਇਆ ਜਾਵੇ। ਪਰ ਪਰਮਜੀਤ ਤੇ ਠਾਣੇ ਬਿਠਾਣੇ ਹਰ ਜਗ੍ਹਾ 'ਤੇ ਪੈਰਵਾਈ ਕਰ ਰਹੇ ਨੇ, ਤੇ ਉਹ ਕਹਿ ਰਹੇ ਨੇ, ਪ੍ਰੈਸ ਵਿੱਚ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਦੀਪਕ ਪਾਸਟਰ ਜਿਹੜਾ ਜ਼ਬਰਦਸਤੀ ਮੇਰੀ ਬੇਟੀ ਨੂੰ ਵਰਗ ਲਗਾ ਕੇ ਉਹਦਾ ਮਾਈਂਡ ਵਾਸ਼ ਕਰਕੇ ਉਹਨੂੰ
ਉਤੇ ਪ੍ਰਭਾਵ ਪਾ ਕੇ ਤੇ ਮੇਰੀ ਬੇਟੀ ਨਾਲ ਉਹਨੇ ਸ਼ਾਦੀ ਕਰਾ ਲਈ, ਜਦ ਕਿ ਦੀਪਕ ਪਾਸਟਰ ਦੀਆਂ ਪਹਿਲਾਂ ਹੀ 4 ਬੱਚੇ ਨੇ ਉਹਦੇ, ਔਰ ਉਹ ਆਪਣੀ ਵਾਈਫ ਨੂੰ ਉਹਨੇ ਤਲਾਕ ਦਿੱਤਾ ਹੋਇਆ ਤੇ ਹੁਣ ਜ਼ਬਰਦਸਤੀ ਉਹਨੇ ਮੇਰੀ ਬੇਟੀ ਨਾਲ ਸ਼ਾਦੀ ਕਰ ਲਈ। ਸਰ ਉਹ ਇਹ ਗੱਲ ਕਹਿ ਰਹੇ ਜ਼ਬਰਦਸਤੀ ਸ਼ਾਦੀ ਕਰ ਲਈ, ਬਕਾਇਦਾ ਕਿ 1 ਸਾਲ ਪਹਿਲਾਂ ਉਹਨਾਂ ਦੇ ਘਰਦਿਆਂ ਦੇ ਸਹਿਮਤੀ ਦੇ ਨਾਲ ਸਾਡਾ ਰਿਸ਼ਤਾ ਹੋ ਚੁੱਕਾ ਹੈ, ਘਰ ਦੀ ਸਹਿਮਤੀ ਦੇ ਨਾਲ ਰਿਸ਼ਤਾ ਹੋ ਚੁੱਕਾ ਸੀ। ਬਕਾਇਦਾ ਕਿ ਜਿਹੜੇ ਕਹਿ ਰਹੇ 4 ਬੱਚੇ ਆ, ਉਹ ਜਾਣਦੇ ਆ ਕਿ ਮੇਰਾ ਵੱਡਾ ਬ੍ਰਦਰ ਹੀ, ਉਹਨਾਂ ਦੀ ਡੈਥ ਹੋ ਚੁੱਕੀ ਆ, ਜਿਨ੍ਹਾਂ ਦੀ ਕਸਟਡੀ ਬੱਚੇ ਤੁਹਾਡੇ ਸੀ ਜਾਂ ਤੁਹਾਡੇ ਬ੍ਰਦਰ ਦੇ ਸੀ? ਮੇਰੇ ਬ੍ਰਦਰ ਦੇ ਬੱਚੇ ਸੀ, ਜਿਨ੍ਹਾਂ ਦੀ ਕਸਟਡੀ ਮੇਰੇ ਕੋਲ ਆ। ਅੱਛਾ, ਜਿਨ੍ਹਾਂ ਦੀ ਕਸਟਡੀ ਮੇਰੇ ਕੋਲ ਹੈ ਹੁਣ। ਹਾਂਜੀ, ਤੇ ਜਿਹੜਾ ਇਹ ਕਹਿ ਰਹੇ ਨੇ ਕਿ ਜ਼ਬਰਦਸਤੀ ਮਾਈਂਡ ਫਰੈਸ਼ ਕਰਕੇ, ਬਕਾਇਦਾ ਕਿ 3 ਸਾਲ ਤੋਂ ਇਹ ਚਰਚ ਖੁਦ ਮੇਰੇ ਕੋਲ ਆ ਰਹੇ, ਇਹਨਾਂ ਦਾ ਮਾਈਂਡ ਤੇ ਮੈਂ ਫਰੈਸ਼ ਨਹੀਂ ਕਰ ਪਾਇਆ, ਤੇ ਇਹਨਾਂ ਦੀ ਬੇਟੀ ਦਾ ਮਾਈਂਡ ਮੈਂ ਕਿਦਾਂ ਫਰੈਸ਼ ਕਰ ਦਿੱਤਾ? ਬਕਾਇਦਾ ਕਿ ਸਭ ਕੁਝ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਬਕਾਇਦਾ ਕਿ ਸੱਚ ਤੇ ਇਹ ਆ, ਇਹ ਸਾਰਾ ਕੁਝ ਜੋ ਕੁਝ ਵੀ ਕਿਹਾ ਜਾ ਰਿਹਾ ਵਾ, ਇਹ ਪੈਸੇ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਬਕਾਇਦਾ ਕਿ ਮੈਂ ਇਹਨਾਂ ਨੂੰ ਤੇ ਇਹਨਾਂ ਦੇ ਸਹੁਰਾ ਸਾਹਿਬ ਨੂੰ 5 ਲੱਖ ਰੁਪਇਆ ਦਿੱਤਾ ਵਾ, ਜਿਨ੍ਹਾਂ ਵਿੱਚ ਇਹਨਾਂ ਨੇ ਹਿੱਸਾ ਵਾ 2.5 ਲੱਖ ਰੁਪਇਆ ਇਹਨਾਂ ਦੇ ਕੋਲ ਆ, ਤੇ ਪੈਸਾ ਨਾ ਦੇਣ ਕਰਕੇ ਮੈਨੂੰ ਫਸਾਇਆ ਜਾ ਰਿਹਾ ਵਾ ਤੇ ਮੇਰੀ ਜਗ੍ਹਾ ਨੂੰ ਹੜਪਣ ਵਾਸਤੇ, ਕਿਉਂਕਿ ਇਹਨਾਂ ਦੇ ਸਹੁਰਾ ਸਾਹਿਬ ਦੇ ਘਰ ਦੇ ਸਾਹਮਣੇ ਮੇਰੀ ਜਗ੍ਹਾ ਵਾ, ਵੀ ਇਹ ਜਾਣਦੇ ਨੇ ਵੀ ਉਹ ਕੁਝ ਨਹੀਂ ਕਰ ਸਕਦਾ, ਉਹਨਾਂ ਦੇ ਮਾਤਾ ਪਿਤਾ ਬਜ਼ੁਰਗ ਆ, ਇਸ ਕਰਕੇ ਮੇਰੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਬਕਾਇਦਾ ਕਿ ਇਹ ਨਹੀਂ ਆ ਵੀ ਲੜਕੀ ਨੂੰ ਭਜਾਇਆ ਗਿਆ, ਲੜਕੀ ਦੀ ਰਜ਼ਾਮੰਦੀ ਆ, ਲੜਕੀ ਤੁਹਾਡੇ ਸਾਹਮਣੇ ਬੈਠੀ ਆ। 6 ਮਹੀਨੇ ਸਾਲ ਵਿੱਚ ਇਹਨਾਂ ਨੇ ਸਭ ਕੁਝ, ਇੱਕ ਮਹੀਨੇ ਵਿੱਚ ਕੀ ਹੋ ਗਿਆ ਵਾ? ਕੁਝ ਨਹੀਂ ਹੋਇਆ, ਸਾਰਾ ਕੁਝ ਇਹਨਾਂ ਨੂੰ ਪਤਾ, ਇਹਨਾਂ ਦੀ ਰਜ਼ਾਮੰਦੀ ਸੀ, ਇਹਨਾਂ ਨੂੰ ਪਤਾ ਸੀ। ਅੱਜ ਕਹਿ ਰਹੇ ਆ ਮੇਰੀ ਬੇਟੀ ਨਾਲ 9 ਮਹੀਨੇ ਦਾ ਅੱਧਾ ਹੋ ਰਿਹਾ ਵਾ, ਸਾਲ ਤੋਂ ਅੱਧਾ ਹੋ ਰਿਹਾ, ਕਿ ਉਦੋਂ ਨਹੀਂ ਸੀ ਪਤਾ? ਸਭ ਕੁਝ ਜਾਣਦੇ ਹੋਏ ਬਕਾਇਦਾ ਕਿ ਇਹ ਇਸ ਗੱਲ ਨੂੰ ਇਸ਼ਾਰਾ ਦੇ ਰਹੇ ਸੀ ਕਿ ਸਾਡੀ ਬੇਟੀ ਦੀ ਮੈਰਿਜ ਵੀ ਨਾ ਹੋ ਪਾਵੇ, ਤੇ ਜਿਹੜਾ ਪੈਸਾ ਅਸੀਂ 5 ਲੱਖ ਰੁਪਇਆ ਦੇਣਾ ਉਹ ਵੀ ਨਾ ਦਿੱਤਾ ਜਾਵੇ। ਇਹ ਕਰਕੇ ਸਭ ਕੁਝ ਤੁਹਾਡੇ ਤੇ ਦੋਸ਼ ਲੱਗੇ ਹੋਏ ਆ, ਤੁਹਾਡੇ ਜਿਸ ਤਰ੍ਹਾਂ ਇਹ ਬੇਟੀ ਨੇ ਬਿਆਨ ਆਪਣੇ ਕਲਮਬੰਦ ਕਰਾਇਆ ਕਿ ਦੀਪਕ ਪਾਸਟਰ ਮੇਰੇ ਨਾਲ ਸਰੀਰਕ ਸੰਬੰਧ ਵੀ ਬਣਾਉਂਦਾ ਰਿਹਾ, ਕਈ ਹੋਟਲਾਂ ਵਿੱਚ ਖੜਦਾ ਰਿਹਾ, ਜਬਰੀ ਕਰਦਾ ਰਿਹਾ ਮੇਰੇ ਨਾਲ, ਇਸ ਕਿੰਨਾ ਸੱਚ ਦੇਖਦੇ? ਸਰ ਇਹ ਸਾਰੀਆਂ ਗੱਲਾਂ ਝੂਠੀਆਂ। ਜਦੋਂ ਇਹਨਾਂ ਨੇ ਰਿਸ਼ਤਾ ਤੈਅ ਕਰ ਦਿੱਤਾ ਵਾ, ਉਦੋਂ ਇਹ ਚੀਜ਼ਾਂ ਨੂੰ ਵੇਖਿਆ ਨਹੀਂ ਆ। ਅੱਜ ਜਦੋਂ ਪਤਾ ਚੱਲ ਗਿਆ ਵੀ ਸਾਡੀ ਕੁੜੀ, ਜਦੋਂ ਫਸਾਉਣ ਦਾ ਟਾਈਮ ਆ ਗਿਆ, ਸਾਨੂੰ ਪੈਸੇ ਦੇਣੇ ਪੈਣੇ ਆ, ਤੇ ਸਾਨੂੰ ਫਸਾਉਣ ਵਾਸਤੇ ਭਾਈ ਕੁਝ ਵੀ ਕਿਹਾ ਜਾ ਸਕਦਾ। ਜੋ ਰਜ਼ਾਮੰਦੀ ਦੇ ਵਿੱਚ ਹੁਣ ਅਸੀਂ ਭਾਵੇਂ ਜਿੱਥੇ ਮਰਜ਼ੀ ਬੈਠੀਏ, ਅਸੀਂ ਚਾਹੇ ਬਾਹਰ ਬੈਠੀਏ ਚਾਹੇ ਕਾਲਜ ਵਿੱਚ ਬੈਠੀਏ, ਇਹਦੇ ਵਿੱਚ ਤੇ ਜਦੋਂ ਸਾਡਾ ਰਿਸ਼ਤਾ ਹੋ ਚੁੱਕਾ ਵਾ ਤੇ ਸਾਨੂੰ ਤੇ ਕਿਤੇ ਡੱਕ ਨਹੀਂ ਨਾ, ਕਿਸ ਡੱਕਿਆ ਕਿ ਦੀਪਕ ਜੀ ਜਿਸ ਤਰ੍ਹਾਂ ਮੈਰਿਜ ਤੋਂ ਪਹਿਲਾਂ ਹੀ ਤੁਸੀਂ ਸਬੰਧ ਬਣਾ ਲਏ, ਇਸ ਨੂੰ ਤੁਸੀਂ ਗਲਤ ਨਹੀਂ ਸਮਝਦੇ? ਨੋ ਸਰ, ਇਹ ਗਲਤ ਗੱਲ ਆ, ਐਦਾਂ ਦੇ ਕੋਈ ਸਬੰਧ ਨਹੀਂ ਆ ਸਾਡੇ ਵਿੱਚ, ਕੋਈ ਇਸ ਤਰ੍ਹਾਂ ਦੇ ਸਬੰਧ ਨਹੀਂ ਆ, ਕੋਈ ਸਬੰਧ ਨਹੀਂ ਹੈ ਸਰ, ਇਹ ਸਭ ਝੂਠੀਆਂ ਅਫਵਾਹਾਂ ਵਾ। ਹਾਂ, ਪਿਤਾ ਵੱਲੋਂ ਸਾਫ਼-ਸਾਫ਼ ਕਿਹਾ ਜਾ ਰਿਹਾ ਕਿ ਸਭ ਕੁਝ ਹੋਇਆ। ਸਰ ਉਹਦੇ ਪਿਤਾ ਜੀ ਝੂਠ ਮਾਰਦੇ 1 ਨੰਬਰ ਦੇ, ਕਿ ਮੈਨੂੰ ਪੈਸੇ ਨਾ ਦੇਣੇ ਪੈਣ, 5 ਲੱਖ ਰੁਪਇਆ ਲੈ ਕੇ ਬੈਠਾ ਬੰਦਾ, ਦੇਣੇ ਨਾ ਪੈਣ ਮੈਨੂੰ, ਤਦ ਕਰਕੇ। ਕਿੰਨੀ ਦੇਰ ਤੋਂ ਤੁਸੀਂ ਉੱਥੇ ਚਰਚ ਲਗਾ ਰਹੇ ਹੋ? ਮੈਨੂੰ 5 ਸਾਲ ਹੋ ਗਏ, 5-6 ਸਾਲ ਹੋ ਗਿਆ। ਹਾਂਜੀ, ਇਹ ਵੀ ਕਿਹਾ ਜਾ ਰਿਹਾ ਕਿ ਉਸ ਟਾਈਮ ਲੜਕੀ ਦੀ 13 ਸਾਲ ਉਮਰ ਸੀ ਜਦੋਂ ਤੁਸੀਂ ਚਰਚ ਲਾਉਣੀ ਸ਼ੁਰੂ ਕੀਤੀ। ਨਹੀਂ ਸਰ, ਐਦਾਂ ਦੀ ਕੋਈ ਗੱਲ ਨਹੀਂ ਹੈ। ਨਹੀਂ ਸਰ, ਲੜਕੀ ਉਦੋਂ ਪੜ੍ਹਦੀ ਪਈ 10ਵੀਂ ਕਲਾਸ 'ਚ ਕਿ 12ਵੀਂ ਕਲਾਸ 'ਚ ਪੜ੍ਹਦੀ ਪਈ ਸੀ ਲੜਕੀ ਉਦੋਂ, ਤੇ ਮੈਨੂੰ ਸਰ ਇਹ ਚੀਜ਼ ਦਾ ਪਤਾ ਥੋੜ੍ਹਾ ਨਾ ਕਿ ਇਹਨਾਂ ਨੇ ਮੇਰਾ ਰਿਸ਼ਤਾ ਕਰ ਦਿੱਤਾ ਵਾ, ਮੈਨੂੰ ਥੋੜ੍ਹਾ ਨਾ ਪਤਾ ਇਹ ਗੱਲ ਦਾ, ਸਾਨੂੰ ਨਹੀਂ ਸੀ ਇਹ ਗੱਲ ਦਾ ਪਤਾ, ਇਹ ਤੇ ਇਹਨਾਂ ਨੂੰ ਪਤਾ ਸੀ। ਇਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਸੀ, ਕੀ ਲਾਲਚ ਸੀ, ਜਿਹਦਾ ਕਰਕੇ ਇਹਨਾਂ ਨੇ ਮੈਨੂੰ ਕਿਹਾ, ਮੈਨੂੰ ਤੇ ਇਹ ਚੀਜ਼ ਦਾ ਪਤਾ ਵੀ ਨਹੀਂ ਹੈ। ਹਾਂਜੀ, ਇਹ ਜਿਸ ਦਿਨ ਤੁਸੀਂ ਇਹ ਲੜਕੀ ਨੂੰ ਲੈ ਕੇ ਜਾਂਦੇ ਜੇ, ਤੁਸੀਂ ਮੈਰਿਜ ਕਰਾਉਂਦੇ ਜੇ, ਉਸ ਪਿੱਛੇ ਕਿਸੇ ਦਾ ਹੱਥ? ਨਹੀਂ ਕਿਸੇ ਦਾ ਹੱਥ ਨਹੀਂ ਹੈ, ਸਾਡੀ ਦੋਨਾਂ ਦੀ ਰਜ਼ਾਮੰਦੀ ਆ, ਕਿਸੇ ਦਾ ਹੱਥ ਨਹੀਂ ਆ। ਪਰਿਵਾਰਕ ਮੈਂਬਰਾਂ ਦੀ ਕੋਈ ਸਹਿਮਤੀ ਸੀ? ਇਹਨਾਂ ਦੇ ਘਰ ਦੇ ਸਹਿਮਤ ਸੀ, ਇਹਨਾਂ ਦੇ ਪਾਪਾ ਸਹਿਮਤ ਸੀ, ਜਿਨ੍ਹਾਂ ਨੇ ਕੁੜੀ ਨੂੰ ਭੇਜਿਆ ਵਾ, ਉਹ ਸਹਿਮਤ ਸੀ। ਉਹ ਮੈਨੂੰ ਫਸਾਉਣ ਵਿੱਚ ਸਹਿਮਤ ਸੀ ਵੀ ਜਿੱਦਾਂ ਇਹ ਕੁੜੀ ਨੂੰ ਲੈ ਕੇ ਨਿਕਲੇ ਤੇ ਮੈਂ ਰਸਤੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਫੜ ਲਵਾਂ, ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਫਸਾ ਦੇਵਾਂ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਇਹਨੂੰ ਫਸਾਵਾਂ, ਇਹਦੀ ਜਗ੍ਹਾ ਵੀ ਰੱਖ ਲਵਾਂ, ਜਗ੍ਹਾ ਤੇ ਕਬਜ਼ਾ ਕਰ ਲਵਾਂ, ਤੇ ਦੂਸਰਾ ਜਿਹੜਾ 5 ਲੱਖ ਰੁਪਇਆ ਮੈਂ ਦੇਣਾ ਵਾ ਉਹ ਵੀ ਨਾ ਦੇ ਸਕਾਂ। ਅਗਰ ਜੇ ਸਭ ਕੁਛ ਉਹਦੇ ਪਿਤਾ ਜੀ ਦੀ ਸਹਿਮਤੀ ਹੁੰਦੀ ਤੇ ਅੱਜ ਉਹ ਤੁਹਾਡੇ ਕ੍ਰਿਸਚੀਅਨ ਭਾਈਚਾਰੇ ਦੀ ਜਥੇਬੰਦੀਆਂ ਤੱਕ ਕਿਉਂ ਪਹੁੰਚ ਕਰ ਰਹੇ ਆ ਕਿ ਦੀਪਕ ਨੂੰ ਕਿਤੇ ਚਰਚ ਨਹੀਂ ਲਗਾਉਣੀ ਦੇਣੀ ਚਾਹੀਦੀ, ਕਿਸੇ ਦੇ ਘਰ ਜਾ ਕੇ ਜਿੱਦਾਂ ਤੁਸੀਂ ਪ੍ਰਾਰਥਨਾ ਕਰਦੇ ਹੋ ਉਹ ਨਹੀਂ ਕਰਨੀ ਦੇਣੀ ਚਾਹੀਦੀ, ਕੋਈ ਇਹੋ ਜਿਹੇ ਪਾਸਟਰਾਂ ਦੇ ਉੱਤੇ ਖਾਸ ਨਿਗਰਾਨੀ ਰੱਖਣੀ ਚਾਹੀਦੀ ਆ ਤਾਂ ਕਿ ਜਿਹੜੇ ਹੋਰ ਵੀ ਕੋਈ ਅਜਿਹੇ ਪਾਸਟਰ ਦਾ ਹੌਸਲਾ ਨਾ ਵਧੇ? ਸਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ, ਬਾਰ-ਬਾਰ ਇੱਕ ਗੱਲ ਹੀ ਕਿਉਂ ਕਹਿ ਰਿਹਾ ਕਿ ਇਨਸਾਨ ਇਹਨੂੰ ਚਰਚ ਨਾਲ ਲਾਉਣ ਦਿਓ, ਇਹਨੂੰ ਚਰਚ ਨਾਲ ਕਿਉਂ ਨਾ ਲਾਉਣ ਦਿਓ? ਕਿਉਂਕਿ ਉਹ ਚਰਚ 'ਤੇ ਕਬਜ਼ਾ ਕਰਨਾ ਚਾਹੁੰਦਾ, ਕਿਉਂਕਿ ਚਰਚ ਬਿਲਕੁਲ ਉਹਦੇ ਸਹੁਰੇ ਸਾਹਿਬ ਦੇ ਘਰ ਦੇ ਸਾਹਮਣੇ ਜਗ੍ਹਾ ਵਾ, ਉਹ ਚਾਹੁੰਦਾ ਵਾ ਕਿ ਜੇ ਇਹ ਚਰਚ ਲਾਵੇਗਾ ਤੇ ਮੈਂ ਫਿਰ ਜਗ੍ਹਾ ਤੋਂ ਰਹਿ ਜਾਵਾਂਗਾ, ਉਹ ਤਦ ਕਰਕੇ ਮੇਨ ਇਹ ਚੀਜ਼ ਕਹਿੰਦਾ ਵਾ ਕਿ ਇਹ ਚਰਚ ਨਾ ਲਾਵੇ, ਇਹ ਚੀਜ਼ ਕਹਿੰਦਾ ਵਾ। ਉਹ ਕਹਿ ਰਿਹਾ ਵੀ ਲੜਕੀ ਦੀ ਮਾਮੀ ਦਲਜੀਤ ਕੌਰ, ਉਹਦਾ ਵਿੱਚ ਵੀ ਕਾਫੀ ਹੱਥ ਆ ਕਿ ਬੱਚੀ ਨੂੰ ਗੁੰਮਰਾਹ ਕੀਤਾ ਗਿਆ, ਔਰ ਇੱਥੋਂ ਤੱਕ ਕਿਹਾ ਗਿਆ ਕਿ ਜੋ ਦੀਪਕ ਪਾਸਟਰ ਬੱਚੀ ਨਾਲ ਕਰ ਰਿਹਾ ਵਾ, ਆਹ ਸਾਰਾ
ਆਪਣੇ ਪ੍ਰਮਾਤਮਾ ਦੀ ਜੋ ਰਜ਼ਾ ਉਹਦੇ ਨਾਲ ਕਰ ਰਿਹਾ ਸਭ ਕੁਝ? ਨਹੀਂ 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 ਸਰ, ਇਹਦੇ ਵਿੱਚ ਦਲਜੀਤ ਦਾ ਕੋਈ ਇਸ ਗੱਲ ਦੇ ਵਿੱਚ ਹੱਥ ਨਹੀਂ ਆ। ਬਕਾਇਦਾ ਕਿ ਉਹਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਆ, ਉਹਨੂੰ ਨਹੀਂ ਕਿਸੇ ਗੱਲ ਦਾ ਪਤਾ। ਇਹ ਸਿਰਫ ਮੈਂ ਨਹੀਂ ਜਾਣਦਾ ਕਿ ਉਹਨਾਂ ਦੀ ਰਿਸ਼ਤੇਦਾਰੀ ਦਾ ਕਰਕੇ ਉਹਨਾਂ ਖੋਰ ਕੱਢੀ ਜਾ ਰਹੀ ਆ ਕਿ ਕੀ ਕੀਤਾ ਜਾ ਰਿਹਾ ਵਾ, ਪਰ ਉਹਦਾ ਇਸ ਗੱਲ ਵਿੱਚ ਕੋਈ ਹੱਥ ਨਹੀਂ ਆ। ਹਾਂਜੀ। ਜੋ ਹੁਣ ਤੁਹਾਡੇ ਤੇ ਆਪਣੇ ਜਥੇਬੰਦੀਆਂ ਦੇ ਤੱਕ ਪਹੁੰਚ ਕੀਤੀ ਜਾ ਰਹੀ ਆ ਇਹਨਾਂ ਦੇ ਫਾਦਰ ਸਾਹਿਬ ਵੱਲੋਂ ਜਾਂ ਹੋਰ ਇਹ ਆਪਣੇ ਜਿਹੜੇ ਕ੍ਰਿਸਚਨ ਭਾਈਚਾਰੇ ਵੱਲੋਂ, ਵੀ ਇਹਦੇ 'ਤੇ ਖਾਸ ਕਾਰਵਾਈ ਕਰਨੀ ਚਾਹੀਦੀ ਆ, ਵੀ ਇਹਨਾਂ ਕੋਲ ਜਿਹੜੀਆਂ ਪਾਵਰਾਂ ਵਾ ਪਾਸਟਰ ਦੀਆਂ ਉਹ ਖੋਹ ਲੈਣੀਆਂ ਚਾਹੀਦੀਆਂ ਤਾਂ ਕਿ ਕੋਈ ਹੋਰ ਕਿਸੇ ਨੂੰ ਗੁੰਮਰਾਹ ਕਰਕੇ ਕਿਸੇ ਪਾਸਟਰ ਦੀ ਫਿਰ ਹੌਸਲਾ ਨਾ ਪਵੇ? ਸਰ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਮੈਨੂੰ ਤੇ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਮੈਂ ਪਹਿਲਾਂ ਚਰਚ ਤਿਆਰ ਕਰਨਾ। ਹਲੇ ਮੇਰੇ ਕੋਲ ਕੋਈ ਪਾਵਰ ਹੈਗੀ ਨਹੀਂ, ਮੈਂ ਪਾਵਰ ਲਈ ਨਹੀਂ, ਕੋਈ ਪਾਸਟਰ ਦੀ ਪਾਵਰ ਹਲੇ ਮੈਂ ਕੋਈ ਨਹੀਂ ਲਈ। ਮੇਰੇ ਕੋਲ ਕੋਈ ਪਾਸਟਰ ਦਾ ਕਾਰਡ ਨਹੀਂ ਸੀਗਾ। ਕਿਉਂਕਿ ਮੈਨੂੰ ਜਿਹੜਾ ਹੁਕਮ ਹੋਇਆ ਸੀ ਉਹ ਇਹ ਸੀ ਕਿ ਪਹਿਲਾਂ ਚਰਚ ਨੂੰ ਬਣਾਉਣਾ ਵਾ, ਪਹਿਲਾਂ ਭਵਨ ਨੂੰ ਬਣਾਉਣਾ ਵਾ। ਉੱਥੇ ਸਿਰਫ ਅਸੀਂ ਕੁਝ ਭਾਈ ਭੈਣ ਬਹਿ ਕੇ satsang ਕਰਦੇ ਸੀ। ਉਹ ਜਗ੍ਹਾ ਕੋਈ ਰਜਿਸਟਰ ਨਹੀਂ ਆ, ਉਹ ਕੋਈ ਰਜਿਸਟਰ ਨਹੀਂ, ਉਹ ਖੁਦ ਮੇਰੇ ਡੈਡੀ ਦੇ ਨਾਂ ਦੀ ਜਗ੍ਹਾ ਵਾ। ਪਰ ਉਹਨਾਂ ਦਾ ਕਹਿਣਾ, ਉਹਨਾਂ ਵੀਡੀਓ ਦਿਖਾਈਆਂ ਆਪਣੀਆਂ, ਤੁਸੀਂ ਵੀ ਦੇਖੀਆਂ ਹੋਣਗੀਆਂ, ਕਿ ਕਿਸ ਤਰ੍ਹਾਂ ਤੁਸੀਂ ਮੋਟਰਸਾਈਕਲ ਤੇ ਲੜਕੀ ਨੂੰ ਲੈ ਕੇ ਜਾ ਰਹੇ ਜੇ। ਉਹ ਇੱਕ ਲੱਗਦਾ ਨਹੀਂ ਜਿਸ ਤਰ੍ਹਾਂ ਗੁੰਮਰਾਹ ਕਰਕੇ ਜਾਂ ਕਿਡਨੈਪ ਦਾ ਵੀ ਆਪਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਕੀਤਾ ਗਿਆ ਹੋਵੇ? ਸਰ ਤੁਸੀਂ ਇਹ ਦੇਖੋ ਵੀ ਜਿਹੜੀਆਂ ਫੋਟੋਆਂ ਖਿੱਚੀਆਂ ਕਿੱਥੇ ਗਈਆਂ? ਸਿਰਫ ਉਹਨਾਂ ਦੇ ਮੁਹੱਲੇ ਦੇ ਵਿੱਚ, ਤੇ ਮੁਹੱਲੇ ਵਿੱਚ ਕਿਤੇ ਮੈਂ ਇਕੱਲਾ ਆਇਆ ਵਾਂ, ਨਾ ਕਿ ਮੇਰੇ ਨਾਲ ਕੋਈ ਹੋਰ ਹੈ। ਤੇ ਤੁਸੀਂ ਇਹ ਚੀਜ਼ ਵੇਖਿਆ ਵਾ ਕਿ ਕੁੜੀ ਨੂੰ ਕੋਈ ਜ਼ੋਰ ਜ਼ਬਰਦਸਤੀ ਨਾਲ ਨਹੀਂ, ਬਕਾਇਦਾ ਹੀ ਕੁੜੀ ਆਪ ਬੈਠੀ ਹੈ, ਜਿੱਦਾਂ ਕਿ ਕੁੜੀ ਨੂੰ ਘਰੋਂ ਭੇਜ ਦਿੱਤਾ ਗਿਆ ਹੋਵੇ ਵੀ ਜਾ ਹੁਣ ਤੂੰ ਚਲੇ ਜਾ। ਹਾਂਜੀ। ਤੁਹਾਡਾ ਕੀ ਕਹਿਣਾ ਕਿ ਸਾਰੇ ਪਰਿਵਾਰ ਦੀ ਸਹਿਮਤੀ ਸੀ? ਇਹਨਾਂ ਦੇ ਪਰਿਵਾਰ ਦਾ ਨਹੀਂ ਮੈਂ ਕਹਿ ਸਕਦਾ, ਸਿਰਫ ਇਹ ਕਹਿ ਸਕਦਾ ਵਾਂ ਕਿ ਇਹਨਾਂ ਦੇ ਡੈਡੀ ਦੀ ਸਹਿਮਤੀ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਜੇਕਰ ਸਹਿਮਤੀ ਦੇ ਨਾਲ ਮੈਂ ਨਾ ਵਿਆਹ ਕਰਦਾ ਵਾਂ ਨਾ ਤੇ ਮੈਨੂੰ 5 ਲੱਖ ਰੁਪਇਆ ਦੇਣਾ ਪੈਂਦਾ ਵਾ। ਸਾਰੀ ਜੋ ਕੁਝ ਵੀ ਇਹ ਕਰਦੇ ਪਏ ਨੇ ਇਹ ਇਸ ਕਰਕੇ ਕਰਦੇ ਪਏ ਨੇ ਕਿ ਇੱਕ ਇਹਦੀ ਜਗ੍ਹਾ ਹੜੱਪ ਲਿੱਤੀ ਜਾਵੇ ਚਰਚ ਦੀ, ਦੂਸਰਾ ਕਿ ਮੈਨੂੰ 5 ਲੱਖ ਰੁਪਇਆ ਨਾ ਦੇਣਾ ਪਵੇ। ਜਿਸ ਤਰ੍ਹਾਂ ਕ੍ਰਿਸਚਨ ਭਾਈਚਾਰਾ ਜਥੇਬੰਦੀਆਂ ਤੁਹਾਡੇ ਤੇ ਐਕਸ਼ਨ ਲੈਣਾ ਚਾਹੁੰਦੀਆਂ ਵਾ ਕਿ ਜੋ ਪਾਸਟਰ ਨੇ ਕੀਤਾ, ਦੀਪਕ ਪਾਸਟਰ ਨੇ ਕੀਤਾ, ਗਲਤ ਕੀਤਾ ਵਾ, ਆਪਣੇ ਵੱਲੋਂ ਕੀ ਸਫਾਈ ਪੇਸ਼ ਕਰਨਾ ਚਾਹੁੰਦਾ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਮੈਂ ਤੇ ਸਾਰੇ ਕ੍ਰਿਸਚਨ ਭਾਈਚਾਰੇ ਨੂੰ ਇਹੋ ਗੱਲ ਕਹਿਣਾ ਚਾਹਾਂਗਾ ਕਿ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਆ। ਜਦੋਂ ਕਿ ਮੈਨੂੰ ਘਰੋਂ ਫੋਨ ਕਰਨਗੇ ਕੋਈ ਵੀ ਕੁੜੀ ਠੀਕ ਨਹੀਂ ਆ, ਇਹਦੀ ਮੈਡੀਸਿਨ ਲੈ ਜਾਣੀ, ਕੁੜੀ ਮੈਨੂੰ ਕਰੇਗੀ ਫੋਨ ਕਿ ਮੇਰੇ ਪਾਪਾ ਨੇ ਮੈਨੂੰ ਕਹਿ ਦਿੱਤਾ ਵਾ, ਤੇ ਇਹਦੇ ਵਿੱਚ ਮੈਂ ਕੀ ਕਰ ਸਕਦਾ ਵਾਂ? ਜਦੋਂ ਮੈਨੂੰ ਪਤਾ ਲੱਗ ਗਿਆ ਵਾ ਵੀ ਨਹੀਂ ਤੇ ਕੁੜੀ ਨੂੰ ਤੇ ਬੰਦ ਕਰਕੇ ਰੱਖਦੇ ਆ ਕਮਰਿਆਂ ਦੇ ਵਿੱਚ, ਤੇ ਜਦੋਂ ਇਹਨਾਂ ਦੀ ਸਿਸਟਰ ਦੇ ਫੋਨ ਤੋਂ ਫੋਨ ਆਏਗਾ ਤੇ ਮੈਂ ਤੇ ਵੇਖਾਂਗਾ ਵੀ ਕੀ ਪ੍ਰੋਬਲਮ ਪੈ ਗਈ ਆ। ਤੇ ਫਿਰ ਜਦੋਂ ਕੁੜੀ ਮੇਰੇ ਨਾਲ ਤੁਰੇਗੀ ਤੇ ਫਿਰ ਮੈਂ ਨਹੀਂ ਰੁਕ ਪਾਵਾਂਗਾ ਨਾ। ਜਦੋਂ ਉਹ ਕਹੇਗੀ ਵੀ ਪਿੱਛੇ ਮੇਰੇ ਪਾਪਾ ਜੀ ਨੇ ਮੈਨੂੰ ਕਹਿ ਦਿੱਤਾ ਤੇ ਫਿਰ ਆਪਾਂ ਨਹੀਂ ਰੁਕਾਂਗੇ, ਕਿਉਂਕਿ ਰਜਾਮੰਦੀ ਦੀ ਇਹਨਾਂ ਦੇ ਘਰਦਿਆਂ ਦੀ ਵੀ ਆ। ਹੁਣ ਦੀਪਕ ਜੀ ਕਿੰਨੀ ਪ੍ਰਾਪਰਟੀ ਹੈ ਤੁਹਾਡੀ ਕਿ ਤੁਸੀਂ ਆਪਣੀ ਵਾਈਫ ਨੂੰ ਵਧੀਆ ਖੁਸ਼ ਰੱਖ ਸਕਦੇ? ਮੇਰੇ ਸਰ ਅੰਮ੍ਰਿਤਸਰ ਦੇ ਵਿੱਚ 3 ਘਰ ਆ, ਮੇਰੀ 40 ਮਰਲੇ ਜਗ੍ਹਾ ਤਰਨਤਾਰਨ ਦੇ ਵਿੱਚ ਆ। ਹਾਂਜੀ, ਮੇਰੇ 3 ਘਰ ਆ ਇੱਥੇ। ਹਾਂਜੀ। ਤੁਸੀਂ ਆਪਣੇ ਨਿੱਜੀ ਜੀਵਨ ਵਿੱਚ ਖੁਸ਼ ਹੈ? ਹਾਂਜੀ, ਅਸੀਂ ਬਿਲਕੁਲ ਖੁਸ਼ ਹਾਂ। ਮੈਂ ਗਾੜੀ ਇਹਨਾਂ ਨੂੰ ਪੜ੍ਹਾਉਣ ਦੀ ਤਿਆਰੀ ਕਰਨ ਵਾਂ ਕਿ ਗਾੜੀ ਪੜ੍ਹਨ, ਕੋਈ ਅੱਗੇ ਵੱਡੀ ਜੋਬ ਉੱਤੇ ਜਾਣ, ਕਿ ਖੁਦਾ ਇਹਨਾਂ ਨੂੰ ਹੋਰ ਬਲੈਸ ਕਰੇ। ਮੈਂ ਜਾਣਦਾ ਵਾਂ ਇਸ ਗੱਲ ਦੇ ਵਿੱਚ ਸਾਡੇ ਕ੍ਰਿਸਚਨ ਭਾਈਚਾਰੇ ਨੂੰ ਬਹੁਤ ਠੇਸ ਪਹੁੰਚੀ ਆ, ਪਰ ਇਹਦੇ ਵਿੱਚ ਗਲਤੀ ਮੇਰੀ ਨਹੀਂ ਆ, ਗਲਤੀ ਉਸ ਇਨਸਾਨ ਦੀ ਆ ਜਿਹਨੇ ਪਹਿਲਾਂ ਰਿਪੋਰਟਾਂ ਲਿਖਾ ਦਿੱਤੀਆਂ, ਪਹਿਲਾਂ ਬਿਆਨ ਦਵਾ ਦਿੱਤੇ, ਕੁੜੀ ਨੂੰ ਦਬਾ ਦੇ ਕੇ ਸਾਰਾ ਕੁਝ ਕਰਵਾ ਦਿੱਤਾ, ਤੇ ਬਾਅਦ ਚੁੱਪ ਕਰਕੇ ਕੁੜੀ ਨੂੰ ਫੋਨ ਫੜਾ ਕੇ ਤੇ ਕਹਿੰਦਾ ਵੀ ਜਾ ਚਲੀ ਜਾ। ਇਹ ਤੁਹਾਨੂੰ ਦੀਪਕ ਜੀ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੀ ਪਹਿਲਾਂ ਗੁੱਡਵਿਲ ਸੀ, ਹੁਣ ਗਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ, ਜਾਂ ਤੁਸੀਂ ਇਸੇ ਤਰ੍ਹਾਂ ਲੋਕਾਂ ਦੇ ਘਰ ਵਿੱਚ ਜਾ ਕੇ ਜਦੋਂ ਪ੍ਰਾਰਥਨਾ ਕਰਦੇ ਤੁਹਾਡੇ ਦਿਲੋਂ ਵਿਸ਼ਵਾਸ ਕਰਕੇ ਤੁਹਾਡੇ ਲਾਗੇ ਕੋਈ ਇਸੇ ਤਰ੍ਹਾਂ ਹੀ ਪਰਿਵਾਰ ਤੁਹਾਡੇ ਲਾਗੇ ਬਿਠੇਗਾ? ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਆ ਵੀਕ ਪੁਆਇੰਟ ਜਾ ਰਿਹਾ ਤੁਹਾਡਾ? ਸਰ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ, ਜੇਕਰ ਖੁਦਾ ਚਾਹੇਗਾ ਤੇ ਅਸੀਂ ਪ੍ਰਭੂ ਦੇ ਕੰਮਾਂ ਵਾਸਤੇ ਵਧਾਂਗੇ। ਵੇਖੋ ਇਹ ਸਾਡਾ ਕੰਮ ਤੇ ਨਹੀਂ ਆ, ਇਹ ਸਾਡਾ ਕੰਮ ਨਹੀਂ ਆ ਕਿ ਅਸੀਂ ਇਹਨੂੰ ਵਧਾਈਏ, ਇਹ ਉਹਦਾ ਕੰਮ ਹੈ ਤੇ ਉਹ ਵਧਾਏਗਾ। ਬਾਕੀ ਅਸੀਂ ਸਾਰੇ ਕ੍ਰਿਸਚਨ ਭਾਈਚਾਰੇ ਕੋ ਮਾਫੀ ਮੰਗਦੇ ਹਾਂ ਕਿ ਜੇਕਰ ਉਹਨਾਂ ਨੂੰ ਠੇਸ ਪਹੁੰਚੀ ਜਾਵੇ, ਕਿਉਂਕਿ ਇਹਦੇ ਵਿੱਚ ਸਾਡੀ ਗਲਤੀ ਨਹੀਂ ਆ, ਸਾਡੀ ਗਲਤੀ ਨਹੀਂ ਆ। ਇਹ ਕੋਈ ਨਾ ਜ਼ੋਰ ਜ਼ਬਰਦਸਤੀ ਕੋਈ ਭਜਾਉਣ ਵਾਲੀ ਗੱਲ ਨਹੀਂ ਆ, ਬਕਾਇਦਾ ਕਿ ਸਹਿਮਤੀ ਵਾਲੀ ਗੱਲ ਆ ਜਿਹੜੀ ਕਿ ਪੇਸ਼ ਕਰ ਦਿੱਤੀ ਗਈ ਆ ਇਸ ਗੱਲ ਨੂੰ ਕਰਕੇ ਕਿ ਭਜਾ ਕੇ ਲੈ ਗਿਆ। ਇਹ ਕੋਈ ਜ਼ੋਰ ਜ਼ਬਰਦਸਤੀ ਨਹੀਂ ਆ। ਦੀਪਕ ਜੀ ਇੱਕ ਆ ਵੀ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਦੀਪਕ ਪਾਸਟਰ ਦੀ ਉਮਰ 40 ਸਾਲ ਆ ਤੇ ਬੇਟੀ ਦੀ ਉਮਰ 20 ਸਾਲ ਆ। ਇੱਕ ਬਹੁਤ ਵਿਸ਼ਾ ਬਣਿਆ ਹੋਇਆ, ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪਾਸਟਰ ਨੇ ਕੀ ਕੀਤਾ, ਉਹਦੀ ਬੇਟੀ ਸਮਾਨ ਸੀ। ਸਰ ਮੈਂ ਹੁਣ ਤੁਹਾਨੂੰ ਇਹ ਗੱਲ ਦੱਸਦਾ ਵਾਂ, ਜੇ 40 ਸਾਲ ਉਮਰ ਉਹਨਾਂ ਦੇ ਪਾਪਾ ਕਹਿ ਰਿਹਾ ਤੇ ਉਹਨਾਂ ਨੇ ਉਦੋਂ ਨਹੀਂ ਦੇਖਿਆ ਸੀ ਕਿ ਉਦੋਂ ਉਹਨਾਂ ਨੂੰ ਉਮਰ ਦਿਖੀ ਨਹੀਂ? ਜੇ ਉਹ ਇਹ ਗੱਲ ਕਹਿੰਦੇ ਆ ਕਿ ਉਹਦੀ ਉਮਰ 40 ਸਾਲ ਆ ਤੇ ਉਦੋਂ ਉਮਰ ਨਹੀਂ ਦਿਖੀ, ਉਦੋਂ ਪੈਸੇ ਵਿਕੇ ਸੀ ਬਸ। ਫਿਰ ਇਹਦਾ ਮਤਲਬ ਤੇ ਉਦੋਂ ਪੈਸੇ ਵੇਖ ਗਏ, ਉਦੋਂ ਉਮਰ ਨਹੀਂ ਦਿਖੀ। ਅੱਜ ਜਦੋਂ
ਪਤਾ ਲੱਗ ਗਿਆ ਵੀ ਆਹ ਕੰਮ ਐਦਾਂ ਹੋ ਗਿਆ ਤੇ ਫਿਰ ਅੱਜ ਉਮਰ ਵੀ ਵਿਖਣ ਲੱਗ ਪਈ ਆ। ਜਦੋਂ ਤੁਸੀਂ ਫੋਟੋਆਂ ਦੇਖਿਓ ਤੇ ਫੋਟੋਆਂ 'ਚ ਦੇਖੋ ਤੁਹਾਨੂੰ ਕੀ ਮੈਂ 40 ਸਾਲ ਦਾ ਲੱਗਦਾ ਵਾਂ ਕਿ ਮੇਰੀ ਉਮਰ 40 ਸਾਲ ਹੈ? ਤੁਸੀਂ ਖੁਦ ਸਮਝਦਾਰ ਜੋ। ਸਰ ਇਹ ਸਭ ਕੁਝ ਜਿੰਨੀ ਵੀ ਬਦਨਾਮੀ ਕਰਨ ਦੇ ਨੇ ਉਹ ਖੁਦ ਕਰਨ ਦੇ ਨੇ, ਸਿਰਫ ਇਸੇ ਕਰਕੇ ਕਿ ਮੈਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਆਪਣੇ ਤੋਂ ਦੂਰ ਕਰ ਲਵਾਂ, ਇਹਨਾਂ ਦੀ ਜਗ੍ਹਾ ਤੇ ਮੈਂ ਕਬਜ਼ਾ ਕਰ ਲਵਾਂ, ਮੈਂ ਖੁਦ ਚਰਚ ਲਾਉਣ ਲੱਗ ਪਵਾਂ ਉਸ ਜਗ੍ਹਾ ਤੇ, ਸਿਰਫ ਇਸ ਕਰਕੇ ਹੋ ਰਿਹਾ ਭਾਜੀ। ਇਹ ਦੀਪਕ ਜੀ ਕੀ ਲੱਗਦਾ ਜਿਸ ਤਰ੍ਹਾਂ ਤੁਸੀਂ ਸਾਰੀ ਸਟੋਰੀ ਸੁਣਾਈ ਆ ਕਿ ਵਿੱਚੋਂ ਮਸਲਾ ਕੋਈ ਜਾਇਦਾਦ ਦਾ ਹੈਗਾ, ਤੇ ਕੀ ਹੁਣ ਤੁਸੀਂ ਕਹਿਣਾ ਚਾਹੁੰਦੇ ਜੇ ਆਪਣੀ ਸਫਾਈ ਦੇ ਵਿੱਚ ਆਪਣੇ ਸਹੁਰੇ ਪਰਿਵਾਰ ਨੂੰ, ਹੈ ਤਾਂ ਤੁਹਾਡੇ ਸਹੁਰੇ ਸਾਹਿਬ ਵੀ ਲੱਗਦੇ ਆ, ਉਹਨਾਂ ਨੂੰ ਕੀ ਤਸੱਲੀ ਦੇਣਾ ਚਾਹੁੰਦੇ ਜੇ ਤੁਸੀਂ ਕਿ ਤੁਸੀਂ ਦੋਵਾਂ ਦਾ ਆਪਸ ਵਿੱਚ ਕੰਪਰੋਮਾਈਜ਼? ਹਾਂਜੀ ਸਰ ਵੇਖੋ, ਅਸੀਂ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਉਹ ਕਹਿ ਰਹੇ ਨੇ ਵੀ ਇਹਦਾ ਚਰਚ ਨਾ ਲੱਗਣ ਦਿਓ, ਉਹ ਕਹਿ ਰਹੇ ਨੇ ਵੀ ਇਹਨੂੰ ਕਿਤੇ ਉਹ ਨਾ ਦਿਓ, ਇਹਨੂੰ ਦੁਆ ਨਾ ਕਰਨ ਦਿਓ, ਤੇ ਉਹ ਕਹਿ ਰਹੇ ਨੇ। ਅਸੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ, ਅਸੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਕਿ ਤੁਸੀਂ ਗਾਂ ਚਰਚ ਚਲਾਓਗੇ ਕੋਈ? ਸਰ ਉਹ ਸਮੇਂ ਦੱਸੇਗਾ, ਇਸ ਨੂੰ ਮੈਂ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ। ਇਹ ਗੱਲ ਨੂੰ ਮੈਂ ਸਮੇਂ ਤੇ ਛੱਡ ਦੇਵਾਂਗਾ। ਇਸ ਗੱਲ ਨੂੰ ਮੈਂ ਨਹੀਂ ਕਹਾਂਗਾ ਕਿ ਮੈਂ ਇੱਦਾਂ ਹੀ ਕਰਾਂਗਾ, ਨੋ, ਮੈਂ ਇਸ ਗੱਲ ਨੂੰ ਸਮਝਦਾ ਕਿਉਂਕਿ ਸੇਵਾ ਬੜੇ ਪ੍ਰਕਾਰ ਦੀ ਹੈ। ਸੇਵਾ ਇੱਕ ਪ੍ਰਕਾਰ ਦੀ ਨਹੀਂ ਹੈ, ਸੇਵਾ ਅਨੇਕ ਪ੍ਰਕਾਰ ਦੀ ਹੈ। ਦਾਨ ਕਰਨਾ ਇਹ ਵੀ ਸੇਵਾ ਵਾ ਭਾਜੀ, ਜ਼ਰੂਰੀ ਨਹੀਂ ਚਰਚ ਹੀ ਲਾਉਣਾ ਸੇਵਾ ਵਾ, ਦਾਨ ਕਰਨਾ ਵੀ ਇੱਕ ਸੇਵਾ ਵਾ, ਬੜੇ ਕੰਮਾਂ ਦੀ ਸੇਵਾ ਵਾ ਭਾਜੀ। ਇਹ ਸੀ ਦੀਪਕ ਪਾਸਟਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ। ਉਹਨਾਂ ਨੇ ਆਪਣੀ ਸਫਾਈ ਵਿੱਚ ਆਪਣਾ ਪੱਖ ਰੱਖਿਆ ਕਿ ਮੈਰਿਜ ਸਾਡੀ ਜਿਹੜੀ ਆ ਪਰਿਵਾਰ ਵੱਲੋਂ ਸਹਿਮਤੀ ਨਾਲ ਹੋਈ ਸੀ ਤਕਰੀਬਨ 1 ਸਾਲ ਪਹਿਲਾਂ, ਪਰ ਜੋ ਵੀ ਅੱਜ ਦੋਸ਼ ਲੱਗ ਰਹੇ ਨੇ ਬੇਬੁਨਿਆਦ ਲੱਗ ਰਹੇ ਨੇ, ਕਿਉਂਕਿ ਮਸਲਾ ਇੱਕ 5 ਲੱਖ ਰੁਪਏ ਦੀ ਜਾਇਦਾਦ ਦਾ ਵਿੱਚ ਹੈਗਾ। 5 ਲੱਖ ਰੁਪਏ ਉਹਨਾਂ ਨੇ ਮੇਰੇ ਕੋਲ ਨਗਦੀ ਲਿਆ, ਉਹਨੂੰ ਛਪਾਉਣ ਦੀ ਖਾਤਰ, ਉਹਨੂੰ ਨਾ ਦੇਣ ਦੀ ਖਾਤਰ ਆ ਸਾਰੇ ਮੇਰੇ 'ਤੇ ਦੋਸ਼ ਲੱਗ ਰਹੇ ਆ। ਅਸੀਂ ਬੇਟੀ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਬੇਟੀ, ਕੀ ਨਾਂ ਤੁਹਾਡਾ? ਮੇਰਾ ਨਾਮ ਪਲਕਦੀਪ ਕੌਰ। ਪਲਕਦੀਪ, ਤੁਸੀਂ ਪਾਸਟਰ ਦੀ ਕਸਟਡੀ ਕਦੋਂ ਆਏ ਤੇ ਕਿਸ ਤਰ੍ਹਾਂ ਤੁਹਾਡੀ ਸਹਿਮਤੀ ਬਣੀ? ਸਰ ਮੇਰਾ ਨਾ ਪਹਿਲਾਂ ਇਹਨਾਂ ਨੇ ਰਿਸ਼ਤਾ ਕੀਤਾ ਸੀ, 1 ਸਾਲ ਹੋ ਗਿਆ ਸਾਡੇ ਰਿਸ਼ਤੇ ਨੂੰ। ਫਿਰ ਉਸ ਤੋਂ ਬਾਅਦ ਇਹਨਾਂ ਨੇ ਰਿਸ਼ਤਾ ਤੋੜ ਦਿੱਤਾ ਮੇਰਾ। ਫਿਰ ਇਹਨਾਂ ਨੂੰ ਫਸਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਕਿਉਂਕਿ ਇਹਨਾਂ ਨੂੰ ਇਹ ਕਿ ਅਸੀਂ ਉਹਦੀ ਜਗ੍ਹਾ 'ਤੇ ਕਬਜ਼ਾ ਕਰਨਾ ਵਾ, ਜਿਹੜੀ ਚਰਚ ਵਾਲੀ ਜਗ੍ਹਾ ਵਾ ਉਹ ਇਹ ਆਪਣੇ ਹੱਥ ਵਿੱਚ ਕਰਨਾ ਚਾਹੁੰਦੇ, ਇਸ ਕਰਕੇ ਇਹਨਾਂ ਨੂੰ ਫਸਾਇਆ ਵਾ। ਜੋ ਤੁਹਾਡੇ ਡੈਡੀ ਪਰਮਜੀਤ ਸਿੰਘ ਜੀ ਇਹਨਾਂ ਦੇ ਦੋਸ਼ ਲਾ ਰਹੇ ਆ ਕਿ ਜ਼ਬਰਦਸਤੀ ਆ ਲੈ ਕੇ ਗਏ ਆ, ਮੇਰੀ ਬੇਟੀ ਦਾ ਮਾਈਂਡ ਵਾਸ਼ ਕਰ ਦਿੱਤਾ, ਉਹਨਾਂ ਨੂੰ ਵਰਗ ਲਗਾ ਕੇ ਲੈ ਗਏ ਆ, ਜਬਰੀ ਕਹਿ ਸਕਦੇ ਹਾਂ, ਜਿਸ ਤਰ੍ਹਾਂ ਆਪਾਂ ਕਿਡਨੈਪ ਵੀ ਕਹਿ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਮੋਟਰਸਾਈਕਲ ਦੇ ਪਿੱਛੇ ਜਾ ਰਹੇ ਹੋ, ਉਹ ਕਿਡਨੈਪ ਦਾ ਵੀ ਕਹਿ ਰਹੇ ਆ ਕਿ ਇਹ ਸਾਰੇ ਦੋਸ਼ ਦੀਪਕ ਨੇ ਇੱਕ ਪਾਸਟਰ ਹੋਣ ਦੇ ਨਾਤੇ ਇਹ ਸਾਡੇ ਵਿਸ਼ਵਾਸਘਾਤ ਕੀਤਾ ਵਾ। ਤੇ ਬੇਟੀ ਵੀ ਦੀਪਕ ਪਾਸਟਰ ਨੂੰ ਪਾਪਾ ਕਿਹਾ ਕਰਦੀ ਸੀ, ਇਹਨੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕੀਤਾ। ਮੈਂ ਇਹਨਾਂ ਨੂੰ ਪਾਪਾ ਨਹੀਂ ਕਹਿੰਦੀ, ਇਹਨਾਂ ਨੂੰ ਮੈਂ ਪਾਸਟਰ ਜੀ ਕਹਿੰਦੀ ਹਾਂ। ਫਿਰ ਦੂਜੀ ਗੱਲ ਇਹ ਆ ਕਿ ਜਦੋਂ ਇਹਨਾਂ ਨੇ ਮੇਰਾ ਰਿਸ਼ਤਾ ਕਰ ਦਿੱਤਾ ਇਹਨਾਂ ਨਾਲ, ਫਿਰ 1 ਸਾਲ ਤੋਂ ਇਹਨਾਂ ਨੂੰ ਪਤਾ ਸੀ ਕਿ ਅਸੀਂ ਦੋਵੇਂ ਜਾਣੇ ਮਤਲਬ ਕਿ ਸਾਡਾ ਰਿਸ਼ਤਾ ਹੋ ਗਿਆ ਵਾ। ਇਹ ਮੈਨੂੰ ਛੱਡਣ ਵੀ ਆਉਂਦੇ ਹੁੰਦੇ ਸੀ ਕਾਲਜ ਅਤੇ ਲੈਣ ਵੀ ਆਉਂਦੇ ਹੁੰਦੇ ਸੀ ਕਿ ਕਿਸੇ ਟਾਈਮ, ਕਿਉਂਕਿ ਕੁਛ ਮੈਂ ਇਕੱਲੀ ਆਉਂਦੀ ਹੁੰਦੀ ਹਾਂ ਤਰਨ ਤਾਰਨ ਤੋਂ, ਇਸ ਕਰਕੇ ਥੋੜ੍ਹਾ ਮੈਨੂੰ ਪ੍ਰੋਬਲਮ ਹੁੰਦੀ ਜਾਣ ਵਿੱਚ, ਇਸ ਕਰਕੇ ਮੈਨੂੰ ਲੈਣ ਵੀ ਆਉਂਦੇ ਅਤੇ ਛੱਡਣ ਵੀ ਆਉਂਦੇ ਹੁੰਦੇ। ਅਤੇ ਇਹਦੇ ਵਿੱਚ ਮੇਰੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਗਈ। ਜਦੋਂ ਕਾਲਜ ਛੱਡਣ ਹੁੰਦੇ ਸੀ ਘਰ ਦੇ ਸਾਹਮਣੇ ਲੈ ਕੇ ਜਾਂਦੇ ਸੀ ਤੁਹਾਨੂੰ ਘਰੋਂ? ਹਾਂਜੀ। ਤੁਹਾਡੇ ਪਰਿਵਾਰ ਦੀ ਸਹਿਮਤੀ ਸੀ ਪੂਰੀ? ਜਦੋਂ ਇਹ ਮੈਨੂੰ ਘਰੇ ਛੱਡ ਕੇ ਆਉਂਦੇ ਹੁੰਦੇ ਸੀ ਅਤੇ ਸਾਡੇ ਪਿੰਡ ਵਿੱਚ ਇਹ ਸਾਡੇ ਘਰੇ ਤਾਰ ਕੇ ਆਉਂਦੇ ਹੁੰਦੇ, ਮੇਰੇ ਨਾਨੀ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਮਿਲ ਕੇ ਵੀ ਆਉਂਦੇ ਹੁੰਦੇ ਸੀ। ਅਤੇ ਇਹਦੇ ਵਿੱਚ ਕੁਛ ਵੀ ਮੇਰੇ ਨਾਲ ਕੁਛ ਗਲਤ ਨਹੀਂ ਹੋਇਆ। ਬਾਕੀ ਜਿਹੜੇ ਇਹਨਾਂ ਨੇ ਮੇਰੇ ਬਿਆਨ ਦਵਾਏ ਆ ਉੱਥੇ, ਉਹ ਮੈਨੂੰ ਡਰਾ ਧਮਕਾ ਕੇ ਅਤੇ ਮੈਨੂੰ ਕਿ ਬਕਾਇਦਾ ਇਹਨਾਂ ਨੇ ਕੁਟਵਾ ਕੇ ਫਿਰ ਬਿਆਨ ਦਵਾਏ। ਪਰ ਤੁਹਾਡੇ ਨਾਨਾ ਜੀ ਦਾ ਕੀ ਨਾਂ? ਸਰਦਾਰ ਸੁਰਜਨ ਸਿੰਘ ਫੌਜੀ। ਸਰਦਾਰ ਸੁਰਜਨ ਸਿੰਘ ਫੌਜੀ ਦਾ ਕਹਿਣਾ ਕਿ ਦੀਪਕ ਪਾਸਟਰ ਦਾ ਕਹਿਣਾ ਸੀਗਾ ਕਿ ਅਸੀਂ ਤੁਹਾਡੇ ਬੁੱਲਾਂ ਦੇ ਉੱਤੇ ਬੁੱਲ ਤੁਹਾਡੇ ਸੀ ਦਿਆਂਗੇ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਤੁਸੀਂ ਬੋਲ ਨਹੀਂ ਸਕੋਗੇ, ਮੈਂ ਇਹੋ ਜਿਹਾ ਕੋਈ ਕੰਮ ਕਰੂੰਗਾ। ਉਹ ਉਹਨਾਂ ਦਾ ਵੀ ਕਹਿਣਾ ਕਿ ਸ਼ਾਇਦ ਇਹਨਾਂ ਨੇ ਕੁਛ ਸਾਡੇ ਉੱਤੇ ਕੋਈ ਜਾਦੂ ਕਰ ਦਿੱਤਾ। ਇੱਦਾਂ ਦਾ ਕੁਛ ਨਹੀਂ ਹੈ, ਜੋ ਕੁਛ ਵੀ ਕਹਿੰਦੇ ਝੂਠ ਹੈ ਅਤੇ ਗਲਤ ਵਾ। ਇੱਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੇ ਕਹੀ ਬਕਾਇਦਾ ਕਿ ਉਹ ਇਹਨਾਂ ਨੂੰ ਫਸਾਉਂਦੇ ਆ ਕਿ ਸਾਨੂੰ ਪੈਸੇ ਨਾ ਦੇਣੇ ਪੈਣ ਅਤੇ ਸਾਨੂੰ ਚਰਚ ਵੀ, ਸਾਨੂੰ ਜਗ੍ਹਾ ਵੀ ਮਿਲ ਜੇ ਅਤੇ ਸਾਨੂੰ ਪੈਸੇ ਵੀ ਨਾ ਦੇਣੇ ਪੈਣ, ਇਸ ਕਰਕੇ ਇਹਨਾਂ ਨੂੰ ਫਸਾਇਆ ਜਾਂਦਾ ਵਾ। ਇਹਦੇ ਵਿੱਚ ਇਹਨਾਂ ਦਾ ਕੋਈ ਦੋਸ਼ ਨਹੀਂ ਹੈ। ਤੁਸੀਂ ਆਪਣੀ ਸਹਿਮਤੀ ਨਾਲ ਰਹਿ ਰਹੇ ਜੇ, ਕੋਈ ਤੁਹਾਡੇ ਉੱਤੇ ਦਬਾਅ ਨਹੀਂ ਕੋਈ ਇਸ ਗੱਲ ਦਾ? ਹਾਂਜੀ, ਮੈਂ ਬਿਲਕੁਲ ਆਪਣੀ ਸਹਿਮਤੀ ਨਾਲ ਰਹਿੰਦੀ ਹਾਂ, ਇਹਦੇ ਵਿੱਚ ਕੋਈ ਕਿਸੇ ਦਾ ਦਬਾਅ ਨਹੀਂ ਹੈ। ਮੈਂ ਖੁਸ਼ ਹਾਂ ਆਪਣੇ ਪਰਿਵਾਰ 'ਚ। ਤੁਸੀਂ ਕੋਰਟ ਮੈਰਿਜ ਕਰਵਾ ਲਈ ਹੈ ਜਾਂ ਕਿਸ ਤਰ੍ਹਾਂ? ਹਾਂਜੀ, ਸਾਡੀ ਕੋਰਟ ਮੈਰਿਜ ਹੋ ਚੁੱਕੀ ਹੈ ਚੰਡੀਗੜ੍ਹ। ਹੁਣ ਤੁਸੀਂ ਆਪਣੇ ਪਰਿਵਾਰ, ਆਪਣੇ ਡੈਡੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਜੇ ਤੁਸੀਂ? ਮੈਂ ਉਹਨਾਂ ਨੂੰ ਇਹੋ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਪਰਿਵਾਰ 'ਚ ਖੁਸ਼ ਹਾਂ ਅਤੇ ਮੈਨੂੰ ਖੁਸ਼ ਰਹਿਣ ਦੇਣ ਅੱਗੇ। ਅਸੀਂ ਨਾ ਹੀ ਉਹਨਾਂ 'ਤੇ ਕੋਈ ਕਾਰਵਾਈ ਕਰਨਾ ਚਾਹੁੰਦੇ, ਨਾ ਉਹ ਸਾਡੇ 'ਤੇ ਕਰਨ। ਇਹ ਸੀ ਬੇਟੀ ਪਲਕਦੀਪ ਕੌਰ ਜਿਹਦੇ ਨਾਲ ਅਸੀਂ ਗੱਲਬਾਤ ਕੀਤੀ, ਤੇ ਨਾਲ ਸਾਡੇ ਨੇ ਦੀਪਕ ਪਾਸਟਰ ਜੀ।
ਇਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਜੀਵਨ ਵਿੱਚ ਖੁਸ਼ ਹਾਂ, ਅਸੀਂ ਸਹਿਮਤੀ ਨਾਲ, ਪਰਿਵਾਰ ਦੀ ਸਹਿਮਤੀ ਨਾਲ ਸ਼ਾਦੀ ਕਰਵਾਈ ਸੀ। ਹੁਣ ਪਰਿਵਾਰ ਜੀ ਜੇ ਮੈਂ ਕਹਿੰਦੀ ਤਾਂ ਨਹੀਂ ਦੱਸੋ ਜੋ ਲੋੜਾ ਮੈਂ ਕਰਕੇ ਬਣਾਉਣੀ कलर लगाने सर अपना पहना